ਨਮੋ ਕਰ ਜੋਰੀ, ਨਮੋ ਕਰ ਜੋਰੀ। ਗੁਰ ਹਰਿ ਕ੍ਰਿਸ਼ਨ ਮਨਾਏ ਬਿਹੋਰੀ। ਤੇਗ ਬਹਾਦਰ ਪਰਮ ਕਿਰਪਾਲਾ, ਪਰਮ ਕਿਰਪਾਲਾ। ਸ੍ਰੀ ਗੁਰੂ ਗੋਬਿੰਦ ਸਿੰਘ ਵਿਸਾਲਾ, ਧਾਰੋ ਧਰਾ ਪਰ ਪੁਨ ਪੁਨ ਸੀਸਾ, ਪੁਨ ਪੁਨ ਸੀਸਾ। ਬੰਦੋ ਬਾਰ ਬਾਰ ਜਗਦੀਸਾ। ਜਿਸ ਮਹ ਅੰਮ੍ਰਿਤ ਗਿਆਨ ਹੈ, ਮਾਨਕ ਭਗਤ ਵਿਰਾਗ। ਗੁਰੂ ਗ੍ਰੰਥ ਸਾਹਿਬ ਬੋਧਨ, ਬੰਦਾ ਕਰ ਅਨੁਰਾਗ। ਕਹਾ ਬੁੱਧ ਪ੍ਰਭ ਤੁਸ਼ ਹਮਾਰੀ, ਵਰਨ ਸਕੇ ਮਹਿਮਾ ਜੋ ਤੁਹਾਰੀ। ਹਮ ਨਾ ਸਕਤ ਕਰ ਸਿਫਤ ਤੁਮਾਰੀ, ਆਪ ਲਿਓ ਤੁਮ ਕਥਾ ਸੁਧਾਰੀ। ਹਮ ਨਾ ਸਕਤ ਕਰ ਸਿਫਤ ਤੁਮਾਰੀ, ਆਪ ਲਿਓ ਤੁਮ ਕਥਾ ਸੁਧਾਰੀ। ਪਤਿਤ ਪਾਵਨ ਭਗਤ ਵਸ਼ਲ, ਕਿਰਪਾ ਨਿਧਾਨ ਰਹਿਮਤ ਸਾਗਰ। ਮੀਰੀ ਪੀਰੀ ਦੇ ਮਾਲਕ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀਆਂ ਦੇ ਪਾਵਨ ਔਰ ਪਵਿੱਤਰ ਅਸਥਾਨ ਦੇ ਉੱਪਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਦੇ ਚਰਨ ਅਰਸ ਰਹੇ। ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਸਤਿਗੁਰਾਂ ਦੀ ਅਪਾਰ ਕਿਰਪਾ ਬਖਸ਼ਿਸ਼ ਰਹਿਮਤ ਦਾ ਸਦਕਾ ਸਤ ਸੰਗਤ ਦੀਆਂ ਅਮੋਲਕ ਘੜੀਆਂ ਦੀ ਬਖਸ਼ਿਸ਼ ਹੋਈ ਹੈ। ਆਓ ਵਿਚਾਰਾਂ ਦੀ ਸਾਂਝ ਪਾਉਣ ਤੋਂ ਪਹਿਲਾਂ ਗੁਰਦੇਵ ਸਤਿਗੁਰਾਂ ਦੁਆਰਾ ਬਖਸ਼ਿਸ਼ ਕੀਤੀ ਗਈ ਫਤਿਹ ਦੁਹਰਾਈਏ। ਆਗਿਆ ਪਾਈਏ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀਆਂ ਦੇ ਜੀਵਨ ਕੌਤਕ ਵਿਚਾਰ ਰਹੇ ਹਾਂ। ਮਹਾਰਾਜ ਆਪਣੀ ਚੌਥੀ ਉਦਾਸੀ ਦੇ ਸਮੇਂ ਏਮਨਾਬਾਦ ਨਗਰ ਵਿੱਚ ਬਿਰਾਜੇ ਹੋਏ। ਜਦੋਂ ਗੁਰੂ ਨਾਨਕ ਪਾਤਸ਼ਾਹ ਨੇ ਆਪਣੇ ਪਿਆਰੇ ਸਿੱਖ ਭਾਈ ਮਰਦਾਨੇ ਨੂੰ ਨਗਰ ਦੇ ਵਿੱਚੋਂ ਪ੍ਰਸ਼ਾਦਾ ਲਿਆਉਣ ਦੀ ਬਾਬਤ ਕਿਹਾ ਹੈ, ਔਰ ਨਗਰ ਦਿਆਂ ਲੋਕਾਂ ਨੇ ਭਾਰੀ ਨਿਰਾਦਰ ਕੀਤਾ ਹੈ। ਇਸ ਪ੍ਰਕਾਰ ਭਾਈ ਮਰਦਾਨੇ ਨੂੰ ਧੱਕੇ ਤੱਕ ਮਾਰ ਦਿੰਦੇ। ਜਦੋਂ ਆ ਕਰਕੇ ਭਾਈ ਮਰਦਾਨੇ ਨੇ ਸਾਰਾ ਹਾਲ ਸੁਣਾਇਆ ਹੈ ਕਿ ਮਹਾਰਾਜ ਨਗਰ ਦੇ ਲੋਕਾਂ ਨੇ ਪ੍ਰਸ਼ਾਦਾ ਤਾਂ ਕੀ ਪਾਉਣਾ ਸੀ, ਧੱਕੇ ਵੀ ਮਾਰੇ ਨੇ, ਭੈੜੇ ਬੋਲ ਵੀ ਬੋਲੇ। ਗੁਰੂ ਨਾਨਕ ਪਾਤਸ਼ਾਹ ਨੇ ਆਪਣੇ ਗੁਰਸਿੱਖ ਦਾ ਹੁੰਦਾ ਨਿਰੰਤਰ ਵੇਖਿਆ ਹੈ, ਔਰ ਸਤਿਗੁਰਾਂ ਨੇ ਬੜੇ ਕਰੜੇ ਬਚਨ ਕੀਤੇ ਕਿ ਭਾਈ ਮਰਦਾਨਾ ਜੀ, ਜਿਨ੍ਹਾਂ ਨਗਰਾਂ ਦੇ ਵਿੱਚ ਨਾਮ ਜਪਣ ਵਾਲਿਆਂ ਦਾ ਨਿਰਾਦਰ ਹੁੰਦਾ ਹੈ, ਬੰਦਗੀ ਕਰਨ ਵਾਲਿਆਂ ਦੀ ਅਵਗਿਆ ਹੁੰਦੀ ਹੈ, ਉਹ ਨਗਰ ਕਦੇ ਵੀ ਸੁਖੀ ਨਹੀਂ ਬਸਦੇ। ਭਾਈ ਲਾਲੋ ਨੂੰ ਗੁਰੂ ਨਾਨਕ ਪਾਤਸ਼ਾਹ ਨੇ ਆਪਣੇ ਸਾਹਮਣੇ ਬਿਠਾਇਆ ਹੈ, ਔਰ ਤਲੰਗ ਰਾਗ ਦੇ ਅੰਦਰ ਸਤਿਗੁਰਾਂ ਨੇ ਬਖਸ਼ਿਸ਼ ਕੀਤਾ ਹੈ, ਜੈਸੀ ਮੈਂ ਆਵੇ ਖਸਮ ਕੀ ਬਾਣੀ, ਤੈਸੜਾ ਕਰੀ ਗਿਆਨ ਵੇਲਾ। ਗੁਰੂ ਨਾਨਕ ਦੇਵ ਜੀ ਕਹਿੰਦੇ, ਭਾਈ ਲਾਲੋ ਜੀ ਸੁਣਨਾ ਕਰੋ। ਹੁਣ ਜਿਵੇਂ ਅਕਾਲ ਪੁਰਖ ਵਾਹਿਗੁਰੂ ਦਾ ਵਰਤਾਰਾ ਇਸ ਨਗਰ ਤੇ ਵਰਤੇਗਾ, ਉਵੇਂ ਆਪ ਜੀਆਂ ਨੂੰ ਦੱਸਦੇ ਹਾਂ, ਸਾਡੇ ਕੀਤੇ ਵਚਨਾਂ ਨੂੰ ਸਮਝ ਜਾਣ ਕੇ ਉਹਨਾਂ ਉੱਪਰ ਅਮਲ ਕਰਨਾ ਹੈ। ਜਿਨ੍ਹਾਂ ਨਗਰਾਂ ਦੇ ਵਿੱਚ
ਜਿਨ੍ਹਾਂ ਨਗਰਾਂ ਦੇ ਵਿੱਚ ਦਰ ਤੇ ਦਾਨ ਲੈਣ ਆਇਆਂ ਨੂੰ ਧੱਕੇ ਮਾਰੇ ਜਾਂਦੇ ਨੇ, ਸਤਿਗੁਰੂ ਜੀ ਕਹਿੰਦੇ ਪਾਪ ਕੀ ਜੰਜ ਲੈ ਕਾਬਲ ਵਰਤਾਇਆ, ਜੋਰੀ ਮੰਗੈ ਦਾਨ ਵਿਦਾਨ। ਹੇ ਭਾਈ ਲਾਲੋ, ਤੇਰੇ ਨਗਰ ਦੇ ਵਿੱਚ ਸਾਡੇ ਪਿਆਰੇ ਸਿੱਖ ਹੱਥ ਜੋੜ ਕੇ ਪ੍ਰਸ਼ਾਦਾ ਮੰਗਦੇ ਸਨ, ਪਰ ਨਗਰ ਦੇ ਲੋਕਾਂ ਨੇ ਧੱਕੇ ਮਾਰ ਕੇ ਉਹਨਾਂ ਦਾ ਨਰਾਦਰ ਕੀਤਾ। ਇਹ ਜਿਹੜੇ ਪਠਾਨ ਲੋਕ ਨੇ, ਆਪਣੇ ਐਸ਼ੋ ਆਰਾਮ, ਧਨ ਦੌਲਤ, ਰਾਜ ਦੇ ਨਸ਼ੇ ਦੇ ਵਿੱਚ ਗੁਰਦਾਨ ਹੋ ਚੁੱਕੇ ਨੇ। ਵੇਖਿਓ ਹੁਣ ਤੁਹਾਡੇ ਨਗਰ ਦੇ ਉੱਪਰ ਕਾਬਲ ਦੇ ਵੱਲੋਂ ਬਾਬਰ ਚੜ੍ਹੇਗਾ। ਇਹਨਾਂ ਨੇ ਤਾਂ ਨਿਮਰਤਾ ਦੇ ਨਾਲ ਹੱਥ ਜੋੜ ਕੇ ਪ੍ਰਸ਼ਾਦਾ ਮੰਗਿਆ ਤੇ ਇਹਨਾਂ ਨੂੰ ਧੱਕੇ ਮਾਰੇ। ਹੁਣ ਪਾਪ ਦੀ ਜੰਜ ਲੈ ਕੇ ਬਾਬਰ ਆਵੇਗਾ ਤੇ ਜੋਰੀ ਮੰਗਾ ਦਾਨ ਵੇ ਲਾਲੋ, ਧੱਕੇ ਦੇ ਨਾਲ ਦਾਨ ਲਵੇਗਾ। ਇਹ ਨਗਰ ਦੇ ਲੋਕ ਕੁਝ ਵੀ ਕਰ ਨਹੀਂ ਸਕਦੇ। ਇਸ ਪ੍ਰਕਾਰ ਜਦੋਂ ਸਤਿਗੁਰਾਂ ਨੇ ਬਚਨ ਕੀਤੇ ਤੇ ਭਾਈ ਲਾਲੋ ਦੇ ਨਾਲ ਸਤਿਗੁਰਾਂ ਦੇ ਦਰਸ਼ਨ ਕਰਨ ਦੇ ਵਾਸਤੇ ਇੱਕ ਪੰਡਤ ਜੀ ਵੀ ਆਏ ਸਨ। ਸਤਿਗੁਰਾਂ ਦੇ ਮੁਖੋਂ ਐਸੇ ਕਰੜੇ ਬਚਨ ਸੁਣੇ ਨੇ ਔਰ ਸਤਿਗੁਰਾਂ ਤੋਂ ਆਗਿਆ ਪਾ ਕਰਕੇ ਛੇਤੀ ਦੇ ਨਾਲ ਘਰ ਵੱਲ ਦੌੜਿਆ। ਜਿਸ ਦੇ ਘਰ ਵਿੱਚ ਉਸਦੇ ਪੁੱਤਰ ਦਾ ਨਵਾਂ ਵਿਆਹ ਹੋਇਆ ਹੈ, ਘਰ ਦੇ ਵਿੱਚ ਬੜੇ ਸੁੰਦਰ ਪਕਵਾਨ ਪੱਕੇ ਹੋਏ। ਛੇਤੀ ਦੇ ਨਾਲ ਬਹੁਤ ਸਾਰੇ ਪਕਵਾਨ ਤਿਆਰ ਕਰਵਾ ਕਰਕੇ ਇਸ ਪ੍ਰਕਾਰ ਬਣਾ ਕਰਕੇ ਸਤਿਗੁਰਾਂ ਦੇ ਕੋਲ ਲਿਆਇਆ ਹੈ। ਸਤਿਗੁਰਾਂ ਨੂੰ ਬੇਨਤੀ ਕੀਤੀ, ਮਹਾਰਾਜ ਆਪ ਜੀਆਂ ਨੇ ਜੈਸੇ ਬਚਨ ਕੀਤੇ ਨੇ ਇਹ ਕਦੇ ਟਲ ਨਹੀਂ ਸਕਦੇ। ਮੰਨਦੇ ਹਾਂ ਸਾਡੇ ਨਗਰ ਦੇ ਲੋਕਾਂ ਨੇ ਆਪ ਜੀਆਂ ਦੇ ਗੁਰਸਿੱਖਾਂ ਨੂੰ ਪ੍ਰਸ਼ਾਦਾ ਨਹੀਂ ਛਕਾਇਆ, ਨਹੀਂ ਦਿੱਤਾ, ਉਹਨਾਂ ਦੀ ਨਰਾਦਰੀ ਕੀਤੀ ਹੈ। ਮਹਾਰਾਜ ਪਰ ਮੈਂ ਵੀ ਇਸ ਨਗਰ ਦਾ ਰਹਿਣ ਵਾਲਾ ਹਾਂ। ਇਸ ਨਗਰ ਦੇ ਵਿੱਚ ਮੇਰਾ ਵੀ ਪਰਿਵਾਰ ਵਸਦਾ ਹੈ। ਸਤਿਗੁਰੂ ਜੀ, ਜੇਕਰ ਬਾਬਰ ਚੜ੍ਹ ਕੇ ਆਇਆ, ਮੁਗਲ ਚੜ੍ਹ ਕੇ ਆਏ ਤੇ ਮੇਰੇ ਘਰ ਦੇ ਵਿੱਚ ਵੀ ਨਵੀਂ ਵਿਆਹੀ ਨੂੰਹ ਹੈ, ਉਹਦੀ ਵੀ ਬੇਪਤੀ ਹੋਵੇਗੀ, ਮੇਰਾ ਪਰਿਵਾਰ ਵੀ ਮਾਰਿਆ ਜਾਵੇਗਾ। ਆਪ ਜੀ ਗੁੱਸਾ ਨਾ ਕਰੋ, ਐਸੇ ਵੀਰ ਰਸ ਦੇ ਵਚਨ ਨਾ ਕਹੋ। ਆਪ ਜੀ ਪ੍ਰਸ਼ਾਦਾ ਛਕਣਾ ਕਰੋ, ਆਪਣੇ ਸਾਥੀਆਂ ਨੂੰ ਪ੍ਰਸ਼ਾਦਾ ਛਕਾਓ, ਆਪਣੇ ਵਚਨ ਵਾਪਸ ਲਾ ਲਓ। ਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ, ਵੇਖੋ ਪੰਡਤ ਜੀ, ਜਿਵੇਂ ਹਾਥੀ ਦੇ ਜਿਹੜੇ ਦੰਦ ਹੁੰਦੇ ਨੇ ਉਹ ਕਦੇ ਵੀ ਲੁਕੋਏ ਨਹੀਂ ਜਾ ਸਕਦੇ, ਬਾਹਰ ਹੀ ਪ੍ਰਗਟ ਰਹਿੰਦੇ ਨੇ, ਏਦਾਂ ਸਾਡੇ ਮੁਖ ਤੋਂ ਨਿਕਲੇ ਵਚਨ ਕਦੇ ਵੀ ਟਲਦੇ ਨਹੀਂ, ਆਲੇ ਨਹੀਂ ਜਾਂਦੇ। ਇਹ ਹੁਣ ਪੂਰੇ ਤਾਂ ਜ਼ਰੂਰ ਹੋਣਗੇ, ਪਰ ਤੂੰ ਨਿਮਰਤਾ ਦੇ ਨਾਲ ਸਤਿ ਸਾਡੀ ਸ਼ਰਨ ਦੇ ਵਿੱਚ ਆਇਆ, ਤੇ ਜੋ ਸਾਡੀ ਸ਼ਰਨ ਦੇ ਵਿੱਚ ਨਿਮਰਤਾ ਦੇ ਵਿੱਚ ਆ ਜਾਂਦੇ ਨੇ, ਅਸੀਂ ਉਹਨਾਂ ਦੀ ਰੱਖਿਆ ਜ਼ਰੂਰ ਕਰਦੇ ਹਾਂ। ਤੁਸੀਂ ਭਾਈ ਲਾਲੋ ਦੇ ਨਾਲ ਜਾ ਲਓ, ਛੇਤੀ ਤੋਂ ਛੇਤੀ ਆਪਣੇ ਘਰ ਦਾ ਲੋੜੀ ਦਾ ਸਮਾਨ ਇਕੱਠਾ ਕਰੋ, ਆਪਣੇ ਪਰਿਵਾਰ ਧੀਆਂ ਪੁੱਤਰਾਂ ਨੂੰ ਨਾਲ ਲੈ ਕਰਕੇ, ਘਰ ਦੀਆਂ ਇਸਤਰੀਆਂ ਨੂੰ ਨਾਲ ਲੈ ਕੇ ਆਪਣਾ ਘਰ ਛੱਡ ਜਾਓ। ਸਵੇਰ ਹੁੰਦੇ ਤੋਂ ਪਹਿਲਾਂ ਜੋ ਨਗਰ ਦੀਆਂ 4 ਕੋਹਾਂ ਦੇ ਉੱਪਰ ਇੱਕ ਸੁੱਕਿਆ ਸਰੋਵਰ ਹੈ ਨਾ, ਤਲਾਬ ਹੈ, ਉਹਦੇ ਵਿੱਚ ਜਾ ਕੇ ਬੈਠ ਜਾਓ। ਮਹਾਰਾਜ ਕਹਿੰਦੇ ਆਪ ਜੀਆਂ ਦੀ ਅਸੀਂ ਰੱਖਿਆ ਕਰਾਂਗੇ, ਆਪ ਜੀਆਂ ਦਾ ਬਾਲ ਵੀ ਬੇਕਾਰ ਨਹੀਂ ਹੋਵੇਗਾ। ਹੁਣ ਇਸ ਨਗਰ ਦੇ ਜੋ ਪਠਾਨ ਹਨ ਬਹੁਤੇ ਹੰਕਾਰੀ ਹੋ ਚੁੱਕੇ ਨੇ, ਇਹਨਾਂ ਦਾ ਮਾਣ ਸਾਨੂੰ ਤੋੜਨਾ ਪਵੇਗਾ। ਐਸੇ ਬਚਨ ਸਤਿਗੁਰਾਂ ਨੇ ਕੀਤੇ। ਭਾਈ ਲਾਲੋ ਨੇ ਔਰ ਪੰਡਤ ਜੀਆਂ ਨੇ ਆਪਣੇ ਪਰਿਵਾਰ ਦੇ ਸਮੇਤ ਨਗਰ ਨੂੰ ਛੱਡਿਆ ਹੈ ਤੇ ਐਸੀ ਅਕਾਲ ਪੁਰਖ ਵਾਹਿਗੁਰੂ ਦੀ ਕਰਾਮਾਤ ਵਰਤੀ ਹੈ ਕਿ ਕਾਬਲ ਦੇ ਵਿੱਚ ਬੈਠੇ ਬਾਬਰ ਦੇ ਮਨ ਵਿੱਚ ਖਿਆਲ ਆਇਆ ਕਿ ਜੋ ਏਮਨਾਬਾਦ ਨਗਰ ਦੇ ਪਠਾਨ ਹਨ, ਇਹ ਮੇਰੀ ਈਨ ਨਹੀਂ ਮੰਨਦੇ, ਮੇਰੇ ਕਹੇ ਅਨੁਸਾਰ ਨਹੀਂ ਚੱਲਦੇ। ਆਪਣੀਆਂ ਫੌਜਾਂ ਨੂੰ ਹੁਕਮ ਕੀਤਾ ਹੈ ਬਾਬਰ ਨੇ ਕਿ ਛੇਤੀ ਦੇ ਨਾਲ ਤਿਆਰੀ ਖਿੱਚ ਲਵੋ, ਅੱਜ ਜਾ ਕੇ ਏਮਨਾਬਾਦ ਨੂੰ ਫਤਿਹ ਕਰ ਦੇਣਾ। ਉੱਥੋਂ ਦੇ ਪਠਾਨਾਂ ਦਾ ਜਿਹੜਾ ਹੰਕਾਰ ਹੈ ਅੱਜ ਚੂਰ ਕਰ ਦੇਣਾ। ਬਾਬਰ ਦੇ ਮੁਖੋਂ ਐਸੇ ਵਚਨ ਨਿਕਲੇ ਨੇ। ਬਾਬਰ ਦੇ ਜਿਹੜੇ ਮੁਗਲ ਯੋਧੇ ਨੇ ਘੋੜਿਆਂ ਤੇ ਕਾਠੀਆਂ ਪਾਈਆਂ ਨੇ, ਸ਼ਸਤਰਾਂ ਦੇ ਨਾਲ ਸੰਬੰਧ ਹੋਏ ਨੇ ਤੇ ਏਮਨਾਬਾਦ ਵੱਲ ਚੱਲੇ ਨੇ। ਏਮਨਾਬਾਦ ਨਗਰ ਦੇ ਵਸਣ ਵਾਲੇ ਪਠਾਨਾਂ ਨੂੰ, ਜਿਨ੍ਹਾਂ ਨਦੀਆਂ ਦਾ ਬੜਾ ਆਸਰਾ ਸੀ ਕਿ ਇਹਨਾਂ ਨੂੰ ਕੋਈ ਪਾਰ ਨਹੀਂ ਕਰ ਸਕਦਾ,
ਪਰਮੇਸ਼ਰ ਦੀ ਐਸੀ ਮਾਰ ਪਈ, ਉਹ ਨਦੀਆਂ ਵੀ ਸੁੱਕਣੀਆਂ ਸ਼ੁਰੂ ਹੋਈਆਂ ਨੇ, ਪਾਣੀ ਘਟਿਆ ਹੈ। ਜਿਹੜਾ ਕਾਬਲ ਤੋਂ ਏਮਨਾਬਾਦ ਬੜੀ ਦੂਰੀ ਤੇ ਸੀ ਸੰਗਤ ਜੀ, ਐਸੀ ਪਰਮੇਸ਼ਰ ਨੇ ਮਾਰ ਪਾਈ ਹੈ ਕਿ ਮੁਗਲਾਂ ਦੇ ਘੋੜੇ ਇਸ ਪ੍ਰਕਾਰ ਦੌੜੇ ਨੇ, ਪਲ ਦੇ ਵਿੱਚ ਉਹ ਦੂਰੀ ਦਾ ਰਸਤਾ ਸਾਰਾ ਹੀ ਸਰ ਕੀਤਾ ਜਿੱਤਿਆ ਹੈ ਔਰ ਬੜੀ ਛੇਤੀ ਏਮਨਾਬਾਦ ਪਹੁੰਚੇ ਨੇ। ਆ ਕਰਕੇ ਸਾਰੇ ਨਗਰ ਨੂੰ ਘੇਰਾ ਪਾਇਆ। ਬਾਬਰ ਦੇ ਹੁਕਮਾਂ ਅਨੁਸਾਰ ਇਸ ਪ੍ਰਕਾਰ ਮੁਗਲਾਂ ਨੇ ਗੋਲੀਆਂ ਚਲਾਈਆਂ ਨੇ, ਜਿਵੇਂ ਹੋਲੀ ਵਾਲੇ ਦਿਨ ਕਵੀ ਜੀ ਕਹਿੰਦੇ, ਬੱਚੇ ਪਿਚਕਾਰੀਆਂ ਦੇ ਵਿੱਚੋਂ ਰੰਗ ਡੋਲਦੇ ਨੇ, ਏਦਾਂ ਗੋਲੀਆਂ ਚੱਲੀਆਂ ਨੇ ਤੇ ਸਰੀਰਾਂ ਵਿੱਚੋਂ ਖੂਨ ਡੁੱਲਿਆ ਹੈ। ਜਿਵੇਂ ਹੋਲੀ ਵਾਲੇ ਦਿਨ ਢੋਲ ਵੱਜਦੇ ਨੇ, ਏਦਾਂ ਲੋਹੇ ਦੇ ਨਾਲ ਲੋਹਾ ਖੜਕਿਆ ਹੈ, ਢਾਲਾਂ ਦੇ ਉੱਪਰ ਗੋਲੀਆਂ ਵੱਜ ਰਹੀਆਂ ਨੇ। ਐਸੀ ਮਾਰ ਉਸ ਨਗਰ ਨੂੰ ਪਾਈ ਹੈ ਜਿਸ ਨਗਰ ਦੇ ਲੋਕਾਂ ਨੇ ਨਾਮ ਜਪਣ ਵਾਲੇ, ਬੰਦਗੀ ਕਰਨ ਵਾਲਿਆਂ ਦਾ ਨਿਰਾਦਰ ਕੀਤਾ ਹੈ। ਬਾਬਰ ਚੱਲ ਕੇ ਆਇਆ ਹੈ। ਇੱਥੋਂ ਤੱਕ ਕੱਲ ਦੀਆਂ ਕਥਾ ਵਿਚਾਰਾਂ ਆਈਆਂ ਸਨ। ਆਓ ਜਿਸ ਪ੍ਰਕਾਰ ਅਗਲਾ ਇਤਿਹਾਸ ਆਉਂਦਾ ਹੈ, ਮਨ ਚਿਤ ਬਿਰਤੀਆਂ ਇਕਾਗਰ ਕਰੀਏ, ਸ਼ਰਧਾ ਭਾਵਨਾ ਦੇ ਨਾਲ ਗੁਰ ਇਤਿਹਾਸ ਨੂੰ ਸਰਵਣ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਚੌਪਈ ਮਾਰ ਮਾਰ ਗਾਵਤ ਕੀਤਾ। ਇਸ ਪ੍ਰਕਾਰ ਕਵੀ ਜੀ ਕਹਿੰਦੇ, ਜਿਵੇਂ ਕਿਸੇ ਘਰ ਦੇ ਵਿੱਚ ਵਿਆਹ ਹੋਵੇ ਔਰ ਘਰ ਵਿੱਚ ਗਾਏ ਜਾਣ ਵਾਲੇ ਗੀਤ, ਘੋੜੀਆਂ ਦੀਆਂ ਆਵਾਜ਼ਾਂ ਆਉਂਦੀਆਂ ਨੇ, ਏਦਾਂ ਏਮਨਾਬਾਦ ਸਾਰਾ ਨਗਰ ਜੰਗ ਦਾ ਮੈਦਾਨ ਬਣ ਚੁੱਕਾ ਹੈ ਔਰ ਮਾਰ ਲੋ ਦੀਆਂ ਆਵਾਜ਼ਾਂ ਆਉਂਦੀਆਂ ਨੇ। ਖੇਲਤ ਭਾਗ ਮਨੁ ਕਰ ਪ੍ਰੀਤਾ। ਜਿਵੇਂ ਬੜੇ ਪ੍ਰੇਮ ਦੇ ਸਹਿਤ ਹੋ ਕਰਕੇ ਹੋਲੀ ਵਾਲੇ ਦਿਨ ਲੋਕ ਹੋਲੀ ਖੇਡਦੇ ਨੇ ਰੰਗਾਂ ਦੇ ਨਾਲ, ਏਦਾਂ ਜਿਹੜੇ ਮੁਗਲ ਹਨ ਉਹ ਪਠਾਨਾਂ ਦੇ ਖੂਨ ਦੀਆਂ ਹੋਲੀਆਂ ਖੇਡਦੇ ਨੇ। ਭਏ ਨਿਸੰਗ ਵੀਰ ਇੱਕ ਬੇਰਾ। ਇੱਕ ਵਾਰ ਜਦੋਂ ਬਾਬਰ ਦਾ ਹੁਕਮ ਹੋਇਆ ਹੈ ਔਰ ਜਿਹੜੇ ਬਾਬਰ ਦੇ ਯੋਧੇ ਹਨ ਡਰ ਤੋਂ ਰਹਿਤ ਹੋ ਕਰਕੇ ਪਠਾਨਾਂ ਨੂੰ ਮਾਰਦੇ ਨੇ। ਭਜਿਓ ਸਾਰ ਸੋ ਸਾਰ ਕਨੇਰਾ। ਏਦਾਂ ਜਿਵੇਂ ਵਿਆਹ ਵਾਲੇ ਘਰ ਦੇ ਵਿੱਚ ਢੋਲ ਦੀਆਂ ਆਵਾਜ਼ਾਂ ਆਉਂਦੀਆਂ ਨੇ, ਏਮਨਾਬਾਦ ਦੇ ਵਿੱਚੋਂ ਭਾਈ ਬਾਲਾ ਜੀ ਕਹਿੰਦੇ ਸਾਨੂੰ ਸੁਣ ਰਿਹਾ ਹੈ, ਜਿਵੇਂ ਲੋਹੇ ਦੇ ਨਾਲ ਲੋਹਾ ਖੜਕਦਾ ਹੈ। ਮਹਿਰ ਦੁਰਗ ਤੇ ਦਿਖਸ ਪਠਾਨਾ। ਤੇ ਪਠਾਨਾਂ ਨੇ ਵੀ ਬੜਾ ਗੁੱਸਾ ਕੀਤਾ ਹੈ। ਆਪਣੀਆਂ ਮਹਿਲਾਂ ਦੇ ਵਿੱਚੋਂ, ਆਪਣੀਆਂ ਘਰਾਂ ਦੇ ਵਿੱਚੋਂ ਸ਼ਸਤਰਾਂ ਦੇ ਨਾਲ ਤਿਆਰ ਹੋ ਕਰਕੇ ਬਾਬਰ ਦਾ ਮੁਕਾਬਲਾ ਸਾਹਮਣਾ ਕਰਨ ਵਾਸਤੇ ਬਾਹਰ ਨਿਕਲੇ ਨੇ। ਕੂਦ ਕੁਚਾਲਨ ਫਨਕੀ ਕਿਰਪਾਨਾ। ਪਠਾਨਾਂ ਨੇ ਵੀ ਬੜੀ ਜੋਸ਼ ਦੇ ਨਾਲ ਹੱਥਾਂ ਵਿੱਚ ਤਲਵਾਰਾਂ ਕਿਰਪਾਨਾਂ ਲੈ ਕਰਕੇ ਮੁਗਲਾਂ ਦੇ ਉੱਪਰ ਕੁੱਦ ਕੇ ਪੈਂਦੇ ਨੇ। ਇੱਕ ਵਾਰ ਤਾਂ ਭਾਈ ਬਾਲਾ ਜੀ ਕਹਿੰਦੇ ਏਮਨਾਬਾਦ ਦੇ ਵਿੱਚ ਜਗ ਦੀ ਪੂਰਨ ਤਰ੍ਹਾਂ ਲਲਕਾਰ ਪਈ ਹੈ। ਇਸ ਪ੍ਰਕਾਰ ਕਿਤੇ ਤੀਰਾਂ ਦੇ ਛੁੱਟਣ ਦੀ ਆਵਾਜ਼ ਆਉਂਦੀ ਹੈ, ਕਿਤੇ ਰਫਲਾਂ ਦੇ ਵਿੱਚੋਂ ਗੋਲੀਆਂ ਚੱਲਣ ਦੀ ਆਵਾਜ਼ ਆਉਂਦੀ ਹੈ ਜੀ। ਇਸ ਪ੍ਰਕਾਰ ਗੁਰੂ ਨਾਨਕ ਪਾਤਸ਼ਾਹ ਨੇ ਜੋ ਬਚਨ ਕੀਤੇ ਸਨ ਕਿ ਪਾਪ ਕੀ ਜੰਜਲਾ ਕਾਬਲ ਹੋ ਧਾਇਆ, ਜੋਰੀ ਮੰਗਾ ਦਾਨ ਵੇ ਲਾਲੋ, ਉਹ ਬਚਨ ਸੱਚ ਹੋਣ ਜਾ ਰਹੇ ਨੇ। ਇਸ ਪ੍ਰਕਾਰ ਏਮਨਾਬਾਦ ਦੇ ਲੋਕਾਂ ਦਾ ਹੰਕਾਰ ਚੂਰ ਹੋ ਰਿਹਾ ਹੈ। ਇਸ ਪ੍ਰਕਾਰ ਜਿਹੜੇ ਏਮਨਾਬਾਦ ਦੇ ਵਸਣ ਵਾਲੇ ਪਠਾਨ ਹਨ, ਪਠਾਨਾਂ ਵਿੱਚ ਔਰ ਮੁਗਲਾਂ ਦੇ ਵਿੱਚ ਇਹ ਸੰਗਤ ਜੀ ਜੰਗ ਹੋ ਰਿਹਾ ਹੈ, ਯੁੱਧ ਹੋ ਰਿਹਾ ਹੈ। ਜਿਹੜੇ ਪਠਾਨਾਂ ਵੱਲੋਂ ਚਲਾਏ ਗਏ ਤੀਰ, ਚਲਾਈਆਂ ਗਈਆਂ ਗੋਲੀਆਂ ਕਿਤੇ ਵੀ ਨਿਸ਼ਾਨੇ ਤੇ ਨਹੀਂ ਲੱਗਦੀਆਂ। ਜਦੋਂ ਬਾਬਰ ਨੇ ਵੇਖਿਆ ਹੈ ਕਿ ਮੇਰੀਆਂ ਫੌਜਾਂ ਦੇ ਸਾਹਮਣੇ ਜਿਹੜੇ ਪਠਾਨ ਲੰਬੇ ਸਮੇਂ ਤੋਂ ਅੜੇ ਖੜੇ ਨੇ, ਗੁੱਸੇ ਦੇ ਵਿੱਚ ਆ ਕਰਕੇ ਬਾਬਰ ਨੇ ਆਪਣੀਆਂ ਫੌਜਾਂ ਤਾਈਂ ਕਿਹਾ ਹੈ,
ਜਦੋਂ ਤੁਹਾਨੂੰ ਧਨ ਦੀ ਲੋੜ ਹੁੰਦੀ ਹੈ ਮੈਂ ਤੁਹਾਨੂੰ ਧਨ ਦਿੰਦਾ ਹਾਂ। ਨਿਤ ਪ੍ਰਤ ਬਿਲਸਤ ਬਹੁਰ ਬਿਲਾਸੂ। ਤੇ ਹਰ ਰੋਜ਼ ਤੁਸੀਂ ਮੇਰੇ ਕੋਲੋਂ ਨਸ਼ਾ ਲੈਂਦੇ ਹੋ, ਸ਼ਰਾਬਾਂ ਪੀਂਦੇ ਹੋ, ਬੇਕਾਰ ਭੋਗਦੇ ਹੋ। ਜਬਕਿ ਆਪ ਨੂੰ ਕਾਜ ਹਮਾਰੇ। ਤੇ ਹੁਣ ਮੈਨੂੰ ਤੁਹਾਡੇ ਸਰੀਰਾਂ ਦੀ ਲੋੜ ਹੈ, ਹੁਣ ਤੁਹਾਡੀ ਮੈਨੂੰ ਲੋੜ ਹੈ, ਹੁਣ ਤੁਹਾਡਾ ਮੇਰੇ ਤਾਈਂ ਕੰਮ ਹੈ। ਕਰ ਰਾਖੇ ਅਬ ਪ੍ਰਾਨ ਪਿਆਰੇ। ਤੇ ਕਿਉਂ ਪਠਾਨਾਂ ਨੂੰ ਮਾਰਦੇ ਨਹੀਂ, ਕਿਉਂ ਪਠਾਨ ਤੁਹਾਡੇ ਮੂਹਰੇ ਅੜੇ ਨੇ, ਕਿਉਂ ਤੁਸੀਂ ਆਪਣੇ ਸਾਹਾਂ ਨੂੰ ਪਿਆਰੇ ਕਰਕੇ ਰੱਖਿਆ ਹੈ। ਕਾਬ ਕੇ ਅਟਕੇ ਖਾਨ ਅਗਾਰੀ। ਕਦੋਂ ਦੇ ਇਹ ਮੁੱਠੀ ਭਰ ਪਠਾਨ ਤੁਹਾਡੇ ਸਾਹਮਣੇ ਲੜ ਰਹੇ ਨੇ। ਕਰੋ ਫਤਿਹ ਕਿਉਂ ਨਾ ਇਨਕੋ ਮਾਰੀ। ਕਿਉਂ ਮੇਰੀ ਫੌਜੋ ਇਹਨਾਂ ਨੂੰ ਮਾਰ ਕੇ ਪਠਾਨਾਂ ਨੂੰ ਜੰਗ ਦਾ ਮੈਦਾਨ ਫਤਿਹ ਨਹੀਂ ਕਰਦੇ। ਆਸੋ ਕਹਿ ਭੈਰੋ ਢੋਲ ਵਜਾਏ। ਇਦਾਂ ਜਦੋਂ ਰਾਜੇ ਬਾਬਰ ਨੇ ਬਚਨ ਕੀਤੇ, ਹੁਕਮ ਕੀਤਾ ਹੈ, ਫਿਰ ਮੁਗਲਾਂ ਨੇ ਜੰਗੀ ਢੋਲ ਭਿਆਨਕ ਆਵਾਜ਼ਾਂ ਵਿੱਚ ਢੋਲ ਖੜਕਾਏ ਨੇ। ਬਹੁਤ ਦਮਾਮੇ ਡੰਕ ਲਗਾਏ। ਤੇ ਜਿਹੜੇ ਜੰਗੀ ਸਾਜ਼ ਨੇ ਨਗਾਰਿਆਂ ਉੱਪਰ, ਦਮਾਮਿਆਂ ਉੱਪਰ ਇਸ ਪ੍ਰਕਾਰ ਚੋਟਾਂ ਲੱਗੀਆਂ ਨੇ। ਮੇਲਾ ਕਰਿਓ ਕਰੇ ਇੱਕ ਬੇਰਾ। ਇੱਕ ਵਾਰ ਹੱਲਾ ਕਰਕੇ ਜਿਹੜੇ ਮੁਗਲ ਹਨ ਪਠਾਨਾਂ ਤੇ ਟੁੱਟ ਕੇ ਪਾਏ ਨੇ। ਮੱਚਿਓ ਤਪੇ ਕਮਸਾਨ ਘਨੇਰਾ। ਭਾਈ ਬਾਲਾ ਜੀ ਕਹਿੰਦੇ ਅਸੀਂ ਵੇਖ ਰਹੇ ਸੀ ਬੜਾ ਕਮਸਾਨ ਦਾ ਯੁੱਧ ਮਚਿਆ ਹੈ। ਹੱਟ ਹੀ ਚੱਲ ਰਹੀ ਫੰਗਾ। ਇਸ ਪ੍ਰਕਾਰ ਕਿਸੇ ਹੱਥਾਂ ਦੇ ਵਿੱਚ ਤਫੰਗਾ ਗੋਲੀਆਂ ਚੱਲਦੀਆਂ ਨੇ। ਕਿਤਕ ਪਰੋਏ ਬਚਨ ਸੰਗਾ। ਕਿੰਨੇ ਕੁ ਮੁਗਲਾਂ ਨੇ ਪਠਾਨ ਆਪਣੀਆਂ ਵਰਸ਼ਿਆਂ ਵਿੱਚ ਪਰੋ ਦਿੱਤੇ ਨੇ। ਖਚਾ ਖਚੀ ਕੀਮੀ ਤਲਵਾਰਨ। ਤਲਵਾਰਾਂ ਦੇ ਨਾਲ ਖਚਾ ਖਚੀ ਸਰੀਰ ਵੱਢੇ ਜਾ ਰਹੇ ਨੇ। ਤੁਹਾਡੇ ਸਿਰ ਕੀਏ ਜੁੱਤੇ ਉਤਾਰਨ। ਕਿੰਨੇ ਕੁ ਜੋਸ਼ ਵਿੱਚ ਆ ਕਰਕੇ ਮੁਗਲਾਂ ਨੇ ਜਿਹੜੇ ਸਿਰ ਧੜਾਂ ਤੋਂ ਅਲੱਗ ਕਰ ਦਿੱਤੇ ਨੇ। ਮੋਢਨ ਤੇ ਬਾਹਾਂ ਕਟਾਰੀ। ਕਿੰਨਿਆਂ ਦੀਆਂ ਬਾਹਾਂ ਮੋਢਿਆਂ ਕੋਲੋਂ ਕੱਟ ਸੁੱਟੀਆਂ ਨੇ। ਲੋਥੇ ਵਿਛੜੀ ਧਰਾ ਮਝਾਰੀ। ਕਿੰਨੀਆਂ ਲੋਥਾਂ ਇਸ ਪ੍ਰਕਾਰ ਏਮਣਾਵਾਦ ਵਿੱਚ ਖਿੰਡੀਆਂ ਪਈਆਂ ਨੇ। ਮੁਗਲ ਗਏ ਕੈਸੇ ਇੱਕ ਬੇਰਾ। ਇਸ ਪ੍ਰਕਾਰ ਜਿਹੜੇ ਮੁਗਲ ਨੇ ਇਸ ਪ੍ਰਕਾਰ ਹੱਲਾ ਕਰਕੇ ਪਾਏ ਨੇ। ਜਾਏ ਬਾਜ ਜਿਸ ਦੇਖ ਬਟੇਰਾ। ਜਿਵੇਂ ਬਾਜ ਬਟੇਰੇ ਦਾ ਸ਼ਿਕਾਰ ਖੇਡਦਾ ਹੈ, ਜਿਵੇਂ ਬਾਜ ਬਟੇਰੇ ਤੇ ਟੁੱਟ ਕੇ ਪੈਂਦਾ ਹੈ, ਏਦਾਂ ਜਿਹੜੇ ਮੁਗਲ ਹਨ ਇਹ ਬਾਜ ਦੀ ਨਿਆਈ ਨੇ, ਤੇ ਪਠਾਨ ਜਿਹੜੇ ਹਨ ਇਹ ਬਟੇਰਿਆਂ ਵਾਂਗ ਬਾਜਾਂ ਤੋਂ ਬਚਦੇ ਨੇ। ਕਾਂਡੇ ਕੱਟੇ ਖਾਓ ਇਹ ਚੋਰੀ। ਇਸ ਪ੍ਰਕਾਰ ਅੰਗ ਕੱਟ ਕੱਟ ਕੇ ਸੁੱਟ ਦਿੱਤੇ ਨੇ। ਏਮਨਾਬਾਦ ਦੀ ਧਰਤੀ ਲਾਲੋ ਲਾਲ ਹੋਈ ਹੈ। ਕਾਇ ਭਗੇ ਲਾਜ ਕੁਲ ਤੋਰੀ। ਤੇ ਜਿਹੜੇ ਪਠਾਨ ਨੇ ਹੁਣ ਜੰਗੀ ਅਸੂਲਾਂ ਨੂੰ ਛੱਡ ਕਰਕੇ ਸ਼ਰਮਸ਼ਾਰ ਹੋ ਕਰਕੇ ਦੌੜ ਰਹੇ ਨੇ। ਮੁਗਲਨ ਦਾਲ ਜਨ ਘਟਾ ਕਮੰਡੀ। ਇਸ ਪ੍ਰਕਾਰ ਜਿਵੇਂ ਅਸਮਾਨ ਦੇ ਵਿੱਚ ਕਾਲੀਆਂ ਘਟਾਵਾਂ ਚੜ ਕੇ ਆਉਂਦੀਆਂ ਨੇ ਨਾ ਸੰਗਤ ਜੀ, ਏਦਾਂ ਏਮਣਾਬਾਦ ਉੱਪਰ ਮੁਗਲਾਂ ਦੇ ਬੱਦਲ ਚੜ ਆਏ ਨੇ। ਦਰਬਾਰੇ ਸਾਹਮਣ ਵਿੱਚ ਪ੍ਰਚੰਡੀ। ਬੱਦਲਾਂ ਦੇ ਵਿੱਚ ਜਿਵੇਂ ਬਿਜਲੀ ਚਮਕਦੀ ਆ, ਏਦਾਂ ਏਮਣਾਬਾਦ ਵਿੱਚ ਮੁਗਲਾਂ ਦੇ ਹੱਥ ਵਿੱਚ ਫੜੀਆਂ ਕਿਰਪਾਨਾਂ ਚਮਕਦੀਆਂ ਨੇ। ਮਾਮੇ ਜਸ ਕਨਕੋਰੀ। ਜਿਵੇਂ ਘੋਰ ਅਸਮਾਨ ਦੇ ਵਿੱਚ ਬੱਦਲ ਗਰਜਦੇ ਨੇ, ਏਦਾਂ ਜੰਗੀ ਸਾਜ਼ ਢੋਲ ਨਗਾਰੇ ਗਰਜ ਰਹੇ ਨੇ। ਇਸ ਪ੍ਰਕਾਰ ਜਿਵੇਂ ਅਸਮਾਨਾਂ ਦੇ ਵਿੱਚੋਂ ਗੜੇ ਵਰਕਦੇ ਨੇ, ਮੁਗਲਾਂ ਦੀਆਂ ਰਫਲਾਂ ਦੇ ਵਿੱਚੋਂ ਗੋਲੀਆਂ ਡਿੱਗ ਰਹੀਆਂ ਨੇ। ਜਿਵੇਂ ਗੜੇ ਪੱਕੀ ਖੇਤੀ ਨੂੰ ਭੰਨ ਸੁੱਟਦੇ ਨੇ, ਏਦਾਂ ਮੁਗਲਾਂ ਦੀਆਂ ਗੋਲੀਆਂ ਨੇ। ਇਸ ਪ੍ਰਕਾਰ ਪਠਾਨਾਂ ਦੀ ਜਿਹੜੀ ਪੱਕੀ ਖੇਤੀ ਹੈ, ਪਠਾਨਾਂ ਦੀ ਜਿਹੜੀ ਜਵਾਨੀ ਹੈ, ਇਹ ਮਾਰ ਮਕਾਈ ਹੈ। ਪੱਕੀਆਂ ਖੇਤੀਆਂ ਨੂੰ ਜਿਵੇਂ ਕਿਸਾਨ ਦਾਤੀਆਂ ਦੇ ਨਾਲ ਵੱਢ ਲੈਂਦੇ ਨੇ, ਏਦਾਂ ਹੰਕਾਰੀ ਹੋਏ ਪਠਾਨਾਂ ਨੂੰ ਮੁਗਲਾਂ ਨੇ ਆਪਣੀਆਂ ਕਿਰਪਾਨਾਂ ਨਾਲ ਵੱਢਿਆ ਹੈ।
ਇਸ ਪ੍ਰਕਾਰ ਸਾਰੇ ਪਠਾਣਾਂ ਨੂੰ ਮਾਰ ਮੁਕਾਇਆ ਹੈ। ਕੁਝ ਦੌੜ ਗਏ ਨੇ ਤੇ ਫਿਰ ਜਿਹੜੇ ਇਹ ਮੁਗਲ ਹਨ ਇਹ ਏਮਣਾਬਾਦ ਨਗਰ ਨੂੰ ਲੁੱਟਣ ਲੱਗੇ ਨੇ। ਘਰਾਂ ਦੇ ਵਿੱਚ ਵੜਦੇ ਨੇ, ਤਬੇਲਿਆਂ ਦੇ ਵਿੱਚ ਪਠਾਣਾਂ ਦੇ ਸ਼ਾਨਦਾਰ ਜਿਹੜੇ ਘੋੜੇ ਉਹ ਲੁੱਟਦੇ ਨੇ ਔਰ ਧਨ ਪਦਾਰਥ ਲੁੱਟਦੇ ਨੇ। ਤੇ ਜਾ ਕਰਕੇ ਜਿਹੜੇ ਪਠਾਣਾ ਖਾਨਾ ਦੇ ਘਰ ਵਿੱਚ ਜਦੋਂ ਇਹ ਮੁਗਲ ਵੜੇ ਨੇ ਤੇ ਉਹਨਾਂ ਦੇ ਘਰਾਂ ਦੇ ਵਿੱਚ ਜਿਹੜੀਆਂ ਉਹਨਾਂ ਦੀਆਂ ਸੁੰਦਰ ਔਰਤਾਂ ਉਹ ਵੀ ਬੰਦੀ ਬਣਾਈਆਂ ਨੇ। ਜਿਨ੍ਹਾਂ ਦੀਆਂ ਨਵੀਆਂ ਉਮਰਾਂ ਨੇ, ਥੋੜੀਆਂ ਉਮਰਾਂ ਨੇ, ਜਿਨ੍ਹਾਂ ਦੇ ਸਰੀਰਾਂ ਉੱਪਰ ਸੁੰਦਰ ਸ਼ਿੰਗਾਰ ਗਹਿਣੇ ਪਹਿਨੇ ਨੇ, ਸੁੰਦਰ ਕੱਪੜੇ ਪਾਏ ਨੇ ਜੀ। ਇਸ ਪ੍ਰਕਾਰ ਸਾਰਿਆਂ ਪਠਾਣਾਂ ਨੂੰ ਮਾਰ ਮੁਕਾਇਆ ਹੈ ਤੇ ਏਮਣਾਬਾਦ ਨਗਰ ਲੁੱਟ ਲਿਆ ਹੈ ਜੀ। ਤੇ ਜਿਹੜੇ ਬਜ਼ੁਰਗ ਹਨ ਔਰ ਬੱਚੇ ਹਨ ਉਹਨਾਂ ਨੂੰ ਮੁਗਲਾਂ ਨੇ ਕੈਦ ਬਣਾਇਆ ਹੈ ਤੇ ਕੈਦੀ ਬਣੇ ਨੇ, ਗਲਾਂ ਵਿੱਚ ਰੱਸੇ ਪਾਏ ਨੇ। ਸਤਿਗੁਰੂ ਜੀ ਕਹਿੰਦੇ ਹੁਣ ਹਾਏ ਹਾਏ ਦੀਆਂ ਆਵਾਜ਼ਾਂ ਭਾਈ ਬਾਲਾ ਜੀ ਕਹਿੰਦੇ ਸਾਡੇ ਤੱਕ ਆਉਂਦੀਆਂ ਨੇ। ਗੁਰੂ ਨਾਨਕ ਪਾਤਸ਼ਾਹ ਨੇ ਜੈਸੇ ਬਚਨ ਕਹੇ ਸਨ ਤੇ ਉਸੇ ਪ੍ਰਕਾਰ ਪਠਾਣਾਂ ਦੇ ਉੱਪਰ ਏਮਣਾਬਾਦ ਨਗਰ ਨੂੰ ਮਾਰ ਪਈ ਹੈ। ਤੇ ਜਿਹੜੇ ਏਮਣਾਬਾਦ ਵਿੱਚ ਬਸਣ ਵਾਲੇ ਵਿਦਵਾਨ ਬ੍ਰਾਹਮਣ ਸਨ ਔਰ ਪੀਰ ਫਕੀਰ ਸਨ, ਜਦੋਂ ਬਾਬਰ ਚੜ੍ਹ ਕੇ ਆ ਰਿਹਾ ਸੀ ਤੇ ਇਹ ਪੀਰ ਫਕੀਰ ਔਰ ਬ੍ਰਾਹਮਣ ਕਹਿਣ ਲੱਗੇ ਇਹ ਪਠਾਣੋ ਇਹ ਏਮਣਾਬਾਦ ਨਗਰ ਦੇ ਲੋਕੋ ਫਿਕਰ ਨਾ ਕਰੋ, ਅਸੀਂ ਇਸ ਪ੍ਰਕਾਰ ਐਸੇ ਤੰਤਰ ਮੰਤਰ ਜੰਤਰ ਮਾਰ ਦੇਵਾਂਗੇ ਬਾਬਰ ਦੀਆਂ ਫੌਜਾਂ ਅੰਨੀਆਂ ਹੋ ਜਾਣਗੀਆਂ, ਏਮਣਾਬਾਦ ਵਿੱਚ ਪਹੁੰਚ ਨਾ ਸਕਣਗੀਆਂ। ਜਿਹੜੇ ਐਸੇ ਬਚਨ ਕਹਿੰਦੇ ਸਨ ਤੇ ਮੁਗਲਾਂ ਨੇ ਆ ਕਰਕੇ ਉਹਨਾਂ ਨੂੰ ਵੀ ਚੰਗੀ ਤਰ੍ਹਾਂ ਡਾਂਗ ਫੇਰੀ ਹੈ ਤੇ ਹੁਣ ਉੱਚੀ ਸਾਹ ਨਹੀਂ ਲੈਂਦੇ। ਤੇ ਕਵੀ ਸੰਤੋਖ ਸਿੰਘ ਜੀ ਕਹਿੰਦੇ ਐਸਾ ਕੌਣ ਹੈ ਸੰਸਾਰ ਦੇ ਉੱਪਰ ਜਿਹੜੇ ਗੁਰੂ ਨਾਨਕ ਪਾਤਸ਼ਾਹ ਦੇ ਬਚਨਾਂ ਨੂੰ ਟਾਲ ਦੇਵੇ, ਜਿਹੜੇ ਗੁਰੂ ਨਾਨਕ ਦੇ ਬਚਨਾਂ ਦੇ ਮੂਹਰੇ ਟਿਕ ਸਕੇ। ਇਸ ਪ੍ਰਕਾਰ ਜੇਕਰ ਕਰੋੜਾਂ ਹੀ ਜੁਗਨੂ ਇਕੱਠੇ ਹੋ ਜਾਵਣ ਤੇ ਫਿਰ ਵੀ ਸੂਰਜ ਦੀ ਸਮਾਨਤਾ, ਸੂਰਜ ਦੀ ਇਸ ਪ੍ਰਕਾਰ ਬਰਾਬਰੀ ਨਹੀਂ ਕਰ ਸਕਦੇ। ਇਸ ਪ੍ਰਕਾਰ ਮੁਗਲਾਂ ਨੇ ਏਮਣਾਬਾਦ ਨਗਰ ਉੱਪਰ ਫਤਿਹ ਪਾਈ ਹੈ, ਜਿੱਤਿਆ ਹੈ ਔਰ ਲੁੱਟਿਆ ਹੈ। ਤੇ ਇਸ ਪ੍ਰਕਾਰ ਕਈ ਖੂਹਾਂ ਉੱਪਰ ਜਾ ਕਰਕੇ ਜਿੱਥੇ ਬਾਬਰ ਦਾ ਟਿਕਾਣਾ ਹੈਡਕੁਆਟਰ ਹੈ ਉੱਥੇ ਟਿਕਾਣਾ ਕੀਤਾ ਹੈ। ਤੇ ਏਮਣਾਬਾਦ ਨਗਰ ਨੂੰ ਜਿੱਤ ਕਰਕੇ ਬਾਬਰ ਬੜਾ ਖੁਸ਼ੀ ਵਿੱਚ ਆਇਆ ਹੈ। ਤੇ ਫਿਰ ਕੁਝ ਆਪਣੇ ਸਿਪਾਹੀ ਘੱਲੇ ਨੇ ਬਾਬਰ ਨੇ ਕਿ ਜਾ ਕਰਕੇ ਏਮਣਾਬਾਦ ਨੂੰ ਫੇਰ ਵੇਖਾਓ, ਕੋਈ ਲੁੱਟਣ ਵਾਲਾ ਸਮਾਨ ਹੋਵੇ ਲੁੱਟ ਲਿਆਇਓ, ਜੇਕਰ ਕੋਈ ਪਠਾਨ ਜਿਉਂਦਾ ਹੋਵੇ ਮਾਰ ਮਕਾਇਓ ਜੀ। ਕਵੀ ਜੀ ਕਹਿੰਦੇ ਜਿਨ੍ਹਾਂ ਦੇ ਹਿਰਦਿਆਂ ਦੇ ਵਿੱਚ ਪਰਮੇਸ਼ਰ ਦਾ ਗਿਆਨ ਨਹੀਂ ਹੈ, ਪਰਮੇਸ਼ਰ ਦੀ ਯਾਦ ਨਹੀਂ ਬਸੀ, ਜਿਨ੍ਹਾਂ ਦੇ ਹਿਰਦਿਆਂ ਵਿੱਚ ਕੇਵਲ ਅਗਿਆਨ ਹੀ ਅਗਿਆਨ ਹੈ, ਉਹਨਾਂ ਨੂੰ ਇਹ ਸੰਸਾਰ ਹੈ ਜੋ ਸੱਚ ਨਜ਼ਰ ਆਉਂਦਾ ਹੈ। ਤੇ ਜਿਨ੍ਹਾਂ ਨੂੰ ਪਰਮੇਸ਼ਰ ਦਾ ਗਿਆਨ ਆਇਆ ਹੈ ਉਹਨਾਂ ਨੂੰ ਇਸ ਪ੍ਰਕਾਰ ਇਹ ਸਾਰਾ ਸੰਸਾਰ ਝੂਠਾ ਨਜ਼ਰ ਆਉਂਦਾ ਹੈ, ਇਹ ਸਾਰਾ ਸੰਸਾਰ ਨਾਸ਼ਵੰਤ ਨਜ਼ਰ ਆਉਂਦਾ ਹੈ। ਤੇ ਜੇਕਰ
ਸਰੋਤਾ ਜਣੋ ਤੁਸੀਂ ਵੀ ਇਸ ਸੱਚ ਔਰ ਝੂਠ ਦੀ ਪਰਖ ਕਰਨੀ ਚਾਹੁੰਦੇ ਹੋ ਕਿ ਸੰਸਾਰ ਝੂਠਾ ਹੈ ਜਾਂ ਸੱਚਾ ਹੈ, ਇੱਥੇ ਅਸੀਂ ਸਦਾ ਹੀ ਰਹਿਣਾ ਹੈ ਜਾਂ ਇੱਥੋਂ ਚਲੇ ਜਾਣਾ ਹੈ। ਇਸ ਗੱਲ ਦੀ ਪਰਖ ਕਰਨੀ ਹੈ। ਕਵੀ ਜੀ ਕਹਿੰਦੇ, ਫਿਰ ਗੁਰੂ ਨਾਨਕ ਦਾ ਨਾਮ ਧਿਆਓ, ਅੰਮ੍ਰਿਤ ਵੇਲੇ ਇਸ਼ਨਾਨ ਕਰੋ, ਨਿਤਨੇਮ ਕਰੋ, ਗੁਰਬਾਣੀ ਪੜ੍ਹੋ, ਆਪਣੇ ਆਪ ਤੁਹਾਨੂੰ ਇਹ ਸੰਸਾਰ ਝੂਠਾ ਨਜ਼ਰ ਆਵੇਗਾ। ਕਦੋਂ? ਜਦੋਂ ਸੱਚ ਨਾਲ ਜੁੜ ਜਾਵੋਗੇ। ਜਦੋਂ ਸੰਗਤ ਜੀ ਚਾਨਣ ਵਿੱਚ ਖੜ ਜਾਈਏ ਨਾ, ਫਿਰ ਜਿਹੜਾ ਦੂਰਲਾ ਹਨੇਰਾ ਨਜ਼ਰ ਆਉਣ ਲੱਗ ਜਾਂਦਾ। ਇਸ ਪ੍ਰਕਾਰ ਜਦੋਂ ਸੱਚ ਨਾਲ ਜੁੜ ਜਾਵੋਗੇ ਤੇ ਜਦੋਂ ਅੰਮ੍ਰਿਤ ਦੀਆਂ ਦਾਤਾਂ ਛਕ ਲਵੋਗੇ ਤੇ ਇਸ ਹਿੰਦੁਸਤਾਨ ਦੀ ਗੁਲਾਮੀ ਮਹਿਸੂਸ ਹੋਵੇਗੀ। ਇਸ ਹਿੰਦੁਸਤਾਨ ਦੇ ਰਾਜਿਆਂ ਵੱਲੋਂ ਕੀਤੇ ਜਾ ਰਹੇ ਸਿੱਖਾਂ ਦੇ ਨਾਲ ਪੱਖਪਾਤ, ਭੇਦ ਭਾਵ ਤੁਹਾਨੂੰ ਨਜ਼ਰ ਆਉਣਗੇ। ਸਤਿਗੁਰੂ ਜੀ ਕਹਿੰਦੇ, ਜਿਹੜੇ ਸੱਚ ਨਾਲ ਜੁੜੇ ਨੇ ਉਹਨਾਂ ਨੂੰ ਇਹ ਸੰਸਾਰ ਝੂਠਾ ਪ੍ਰਤੀਤ ਹੁੰਦਾ ਹੈ। ਸ੍ਰੀ ਬਾਲਾ ਸੰਦਰਬਾਚ ਸੰਧੂ ਗੁਰਤ ਨਾਲ ਸੰਬੰਧ ਰੱਖਣ ਵਾਲੇ ਭਾਈ ਬਾਲਾ ਜੀ ਅਗਲਾ ਇਤਿਹਾਸ ਸੁਣਾਉਂਦੇ ਨੇ। ਸ੍ਰੀ ਅੰਗਦ ਸੁਨ ਕਥਾ ਅਗਾਰੇ। ਸ਼੍ਰੋਮਣੀ ਗੁਰੂ ਅੰਗਦ ਦੇਵ ਜੀ ਮਹਾਰਾਜ ਅਗਲੀ ਕਥਾ ਸੁਣੋ। ਜਿਵੇਂ ਅਸੀਂ ਏਮਨਾਬਾਦ ਵਿੱਚ ਵਰਤ ਦਾ ਵਰਤਾਰਾ ਵੇਖਿਆ ਹੈ, ਤੇ ਭਾਈ ਬਾਲਾ ਜੀ ਕਹਿੰਦੇ, ਜਿਹੜੇ ਸਾਡੇ ਨਾਲ ਸਾਧੂ ਔਰ ਸੰਤ ਬੈਠੇ ਸਨ, ਚੜੀ ਹੋਈ ਬਾਬਰ ਦੀ ਸੈਨਾ ਨੂੰ ਵੇਖ ਕੇ ਉਹ ਵੀ ਸਾਨੂੰ ਛੱਡ ਕੇ ਚਲੇ ਗਏ। ਉਹਨਾਂ ਨੇ ਵੀ ਦੂਰ ਪਿਆਨਾ ਕੀਤਾ ਹੈ। ਪਰ ਗੁਰੂ ਨਾਨਕ ਦੇਵ ਜੀ ਮਹਾਰਾਜ ਉਸ ਰੋੜੀ ਸਾਹਿਬ ਵਾਲੀ ਜਗ੍ਹਾ ਦੇ ਉੱਪਰ ਥੜੇ ਉੱਪਰ ਬਿਰਾਜੇ ਨੇ। ਭਾਈ ਬਾਲਾ ਜੀ ਕਹਿੰਦੇ, ਸਤਿਗੁਰਾਂ ਦੇ ਨਾਲ ਇੱਕ ਤਾਂ ਮੈਂ ਹਾਂ ਔਰ ਦੂਸਰਾ ਭਾਈ ਮਰਦਾਨਾ ਹੈ। ਇੰਨੇ ਕੁ ਸਮੇਂ ਨੂੰ ਭਾਈ ਬਾਲਾ ਜੀ ਕਹਿੰਦੇ, ਇੱਕ ਮੁਗਲਾਂ ਦੀ ਟੋਲੀ ਸਾਡੇ ਵੱਲ ਨੂੰ ਚੱਲ ਕੇ ਆਈ ਹੈ। ਤੇ ਸਾਨੂੰ ਵੇਖ ਕਰਕੇ ਉਸ ਮੁਗਲ ਨੇ ਆਪਣੀ ਸੈਨਾ ਨੂੰ ਆਪਣੇ ਕੋਲ ਸੱਦਿਆ ਹੈ। ਤੇ ਸਾਨੂੰ ਵੇਖ ਕਰਕੇ ਆਪਣੀ ਸੈਨਾ ਨੂੰ ਕਹਿੰਦਾ ਹੈ, ਜਿਹੜੇ ਇਹ ਤਿੰਨ ਮਨੁੱਖ ਬੈਠੇ ਹਨ, ਤੇ ਜਿਹੜਾ ਅਸੀਂ ਏਮਨਾਬਾਦ ਦਾ ਧਨ ਪਦਾਰਥ ਸਮਾਨ ਲੁੱਟਿਆ ਹੈ, ਉਹ ਪਾਂਡਾ ਭਰ ਕਰਕੇ ਇਹਨਾਂ ਦੇ ਸਿਰ ਤੇ ਚੁਕਾਵੋ ਜੀ। ਇਸ ਪ੍ਰਕਾਰ ਇਹਨਾਂ ਨੂੰ ਵੀ ਪਕੜ ਕਰਕੇ ਆਪਣੇ ਡੇਰੇ ਹੈਡਕੁਆਟਰ ਲੈ ਚੱਲੋ। ਭਾਈ ਬਾਲਾ ਜੀ ਕਹਿੰਦੇ, ਇੰਨੇ ਕੁ ਸਮੇਂ ਨੂੰ ਸਾਨੂੰ ਉਠਾਇਆ ਹੈ ਔਰ ਆਪਣੇ ਅੱਗੇ ਤੋਰਿਆ ਹੈ। ਬੜੀਆਂ ਭਾਰੀਆਂ ਪੰਡਾਂ ਸਾਡੇ ਸਿਰ ਤੇ ਚੁਕਾਉਣਾ ਕੀਤੀਆਂ ਨੇ। ਭਾਈ ਮਰਦਾਨੇ ਨੂੰ ਇੱਕ ਬੜਾ ਅੜੀਅਲ ਘੋੜਾ ਹੈ, ਜਿਹੜਾ ਸਿੱਧਾ ਚੱਲਦਾ ਨਹੀਂ, ਸਿੱਧਾ ਤੁਰਦਾ ਨਹੀਂ, ਬੜਾ ਮਸਤਿਆ ਹੋਇਆ ਹੈ। ਉਹਦੀਆਂ ਲਗਾਮਾਂ ਭਾਈ ਮਰਦਾਨੇ ਹੱਥ ਫੜਾਈਆਂ ਨੇ। ਤੇ ਇੱਕ ਭਾਰੀ ਪੰਡ ਭਾਈ ਬਾਲਾ ਜੀ ਕਹਿੰਦੇ, ਮੇਰੇ ਸਿਰ ਤੇ ਚੁਕਾਈ ਹੈ। ਤੇ ਗੁਰੂ ਨਾਨਕ ਪਾਤਸ਼ਾਹ ਦੇ ਸਿਰ ਤੇ ਜਦੋਂ ਇੱਕ ਪੰਡ ਰੱਖਣ ਲੱਗੇ ਨੇ, ਭਾਈ ਬਾਲਾ ਜੀ ਕਹਿੰਦੇ, ਸਤਿਗੁਰਾਂ ਦੀ ਮਹਿਮਾ ਨਹੀਂ ਜਾਣਦੇ, ਇਹ ਮੁਗਲ ਖੋਟੀਆਂ ਭਾਗਾਂ ਵਾਲੇ ਨੇ। ਜਦੋਂ ਸਤਿਗੁਰਾਂ ਦੇ ਸਿਰ ਤੇ ਸੰਗਤ ਜੀ ਪੰਡ ਰੱਖੀ ਹੈ ਨਾ, ਤੇ ਸਤਿਗੁਰਾਂ ਦੇ ਸਿਰ ਤੋਂ ਇੱਕ ਗੱਠ ਉੱਚੀ ਉਹ ਪੰਡ ਟਿਕੀ ਹੋਈ ਹੈ। ਇਸ ਪ੍ਰਕਾਰ ਸਿਰ ਦੇ ਉੱਪਰ ਆ ਕਰਕੇ ਉਹ ਪੰਡ ਫਿਰ ਕਦੇ ਵੀ ਟਿਕੀ ਨਾ। ਤੇ ਸਹਿਜੇ ਸਹਿਜੇ ਸਤਿਗੁਰੂ ਜੀ ਚੱਲ ਰਹੇ ਨੇ। ਸਤਿਗੁਰਾਂ ਦੇ ਸਿਰ ਦੇ ਉੱਪਰੋਂ ਇੱਕ ਗਿੱਠ ਉੱਪਰ ਪੰਡ ਚੱਲ ਰਹੀ ਹੈ। ਜਿੱਥੇ ਬਾਬਰ ਨੇ ਡੇਰਾ ਕੀਤਾ ਹੈ। ਜਦੋਂ ਇਸ ਪ੍ਰਕਾਰ
ਸਰਕਾਰ ਸਤਿਗੁਰੂ ਜੀ ਉਸ ਰਸਤੇ ਤੁਰੇ ਨੇ। हम दोनों चल जाहे पिछारी। ਭਾਈ ਬਾਲਾ ਜੀ ਕਹਿੰਦੇ ਮੈਂ ਔਰ ਭਾਈ ਮਰਦਾਨਾ ਪਿੱਛੇ ਪਿੱਛੇ ਤੁਰਦੇ ਹਾਂ। बोले बचन सुनो मर्दाना। ਇਸ ਪ੍ਰਕਾਰ ਗੁਰੂ ਨਾਨਕ ਦੇਵ ਜੀ ਮਹਾਰਾਜ ਬੋਲੇ ਭਾਈ ਮਰਦਾਨਾ ਜੀ ਸੁਣਨਾ ਕਰੋ। अब फिर बाप बजाओ सुहाना। ਜਿਹੜੀ ਸੁੰਦਰ ਰਵਾਬ ਆਪ ਜੀਆਂ ਦੇ ਮੋਢੇ ਤੇ ਟੰਗੀ ਹੈ ਉਸ ਨੂੰ ਵਜਾਉਣਾ ਕਰੋ। प्राप्ति किस गज कार बजावो। ਭਾਈ ਮਰਦਾਨਾ ਜੀ ਕਹਿੰਦੇ ਮਹਾਰਾਜ ਰਬਾਬ ਕਿਵੇਂ ਵਜਾਵਾਂ। हाथ विखे पकड़े असलियावो। ਮੇਰੇ ਹੱਥਾਂ ਵਿੱਚ ਤਾਂ ਘੋੜੇ ਦੀਆਂ ਲਗਾਮਾਂ ਪਕੜੀਆਂ ਨੇ। हाथ चंचल कूटक सो आवत। ਇਹ ਘੋੜਾ ਬੜਾ ਮਸਤਾਨਾ ਹੈ, ਬੜਾ ਚੰਚਲ ਹੈ, ਬੜਾ ਕੁੱਦਦਾ ਛਾਲਾ ਮਾਰਦਾ ਹੈ। महाबली कर जोर कमावत। ਬੜੇ ਜ਼ੋਰ ਦੇ ਨਾਲ ਇਹਦੀਆਂ ਲਗਾਮਾਂ ਪਕੜੀਆਂ, ਇਸ ਨੂੰ ਧੱਕੇ ਨਾਲ ਤੋੜਦਾ ਹਾਂ। देश जाए धाए कर जाई। ਮਹਾਰਾਜ ਜੇਕਰ ਰਬਾਬ ਵਜਾਉਣ ਦੇ ਚੱਕਰਾਂ ਵਿੱਚ ਲਗਾਮਾਂ ਛੱਡ ਦਿੱਤੀਆਂ ਇਹ ਦੌੜ ਜਾਵੇਗਾ। मुगल मार है मेरे ताई। ਤੇ ਮੁਗਲ ਮੈਨੂੰ ਬੜੀ ਭਾਰੀ ਮਾਰ ਮਾਰਨਗੇ, ਕੁੱਟਣਗੇ ਜੀ। वाहिगुरु मुख नाम उचारी। ਤੇ ਗੁਰੂ ਨਾਨਕ ਦੇਵ ਜੀ ਕਹਿੰਦੇ ਭਾਈ ਮਰਦਾਨਾ ਜੀ ਆਪਣੇ ਮੁਖ ਤੋਂ ਵਾਹਿਗੁਰੂ ਵਾਹਿਗੁਰੂ ਦਾ ਨਾਮ ਉਚਾਰਨ ਕਰੋ। ਛੁੱਟ ਬਾਜ ਸੋ ਆਏ ਪਿਛਾਰੀ। ਛੱਡ ਦੇਵੋ ਇਸ ਘੋੜੇ ਦੀਆਂ ਲਗਾਮਾਂ, ਕਿਤੇ ਨਹੀਂ ਜਾਵੇਗਾ, ਆਪੇ ਪਿੱਛੇ ਪਿੱਛੇ ਆਵੇਗਾ। ਸੁਣ ਜਾਏ ਕੋ ਛੋਰਿਓ ਬਾਜਾ। ਸੁਣ ਕਰਕੇ ਭਾਈ ਮਰਦਾਨੇ ਨੇ ਘੋੜੇ ਦੀਆਂ ਲਗਾਮਾਂ ਛੱਡੀਆਂ ਨੇ। ਲੱਗਿਆ ਪੰਜਾਬਨ ਆਨੋ ਬਾਜਾ। ਤੇ ਜੋ ਭਾਈ ਮਰਦਾਨੇ ਕੋਲ ਰਬਾਬ ਚੱਕੀ ਹੈ ਉਸ ਨੂੰ ਬੜੀ ਸੁਹਾਵਣੀ ਵਜਾਉਣ ਲੱਗਿਆ ਹੈ। ਦੇਖਸ਼ਨ ਸ੍ਰੀ ਪ੍ਰਭ ਊਚ ਵਿਚਾਰੀ। ਤੇ ਜਦੋਂ ਰਬਾਬ ਦੀਆਂ ਧੁਨਾਂ ਗੂੰਜੀਆਂ ਨੇ ਗੁਰੂ ਨਾਨਕ ਪਾਤਸ਼ਾਹ ਨੇ ਸ਼ਬਦ ਉਚਾਰਿਆ ਹੈ। ਕੀਨੋ ਸ਼ਬਦ ਸੋ ਰਾਗ ਮਝਾਰੀ। ਰਾਗ ਦੇ ਵਿੱਚ ਰਲਿਆ ਹੋਇਆ ਗੁਰੂ ਨਾਨਕ ਪਾਤਸ਼ਾਹ ਜੀ ਐਸਾ ਸ਼ਬਦ ਉਚਾਰਦੇ ਨੇ। ਆਸਾ ਮਹੱਲਾ ਪਹਿਲਾ। ਆਸਾ ਰਾਗ ਵਿੱਚ ਗੁਰੂ ਨਾਨਕ ਪਾਤਸ਼ਾਹ ਬਖਸ਼ਿਸ਼ ਕਰਦੇ ਨੇ ਜੀ। ਖੁਰਾਸਾਨ ਸਮਾਨਾ ਕੀਆ। ਮਹਾਰਾਜ ਅਕਾਲ ਪੁਰਖ ਵਾਹਿਗੁਰੂ ਨੂੰ ਸੰਬੋਧਨ ਹੋਏ ਕਹਿੰਦੇ ਨੇ, ਨਾਲੇ ਰਸਤੇ ਤੁਰੇ ਜਾਂਦੇ ਨੇ। ਭਾਈ ਮਰਦਾਨਾ ਜੀ ਰਬਾਬ ਵਜਾਉਂਦੇ ਨੇ, ਘੋੜਾ ਆਪੇ ਪਿੱਛੇ ਪਿੱਛੇ ਚੱਲ ਰਿਹਾ ਹੈ। ਭਾਈ ਬਾਲੇ ਦੇ ਸਿਰ ਉੱਪਰ ਭਾਰੀ ਪੰਡ ਚੱਕੀ ਹੋਈ ਹੈ। ਗੁਰੂ ਨਾਨਕ ਪਾਤਸ਼ਾਹ ਸ਼ਬਦ ਉਚਾਰਦੇ ਨੇ ਆਸਾ ਰਾਗ ਅੰਦਰ, ਖੁਰਾਸਾਨ ਸਮਾਨਾ ਕੀ ਹੈ। ਮਹਾਰਾਜ ਕਹਿੰਦੇ ਜਿਹੜਾ ਕਾਬਲ ਦੇ ਨੇੜੇ ਪੈਣ ਵਾਲਾ ਇਲਾਕਾ ਖੁਰਾਸਾਨ ਹੈ, ਜਿਹੜੀ ਬਾਬਰ ਦੀ ਜਨਮ ਭੂਮੀ ਹੈ, ਜਿੱਥੋਂ ਦਾ ਬਾਬਰ ਵਸਣ ਵਾਲਾ ਹੈ। ਖਸਮਾਨਾ ਕੀਆ ਹੈ ਅਕਾਲ ਪੁਰਖ ਵਾਹਿਗੁਰੂ, ਤੂੰ ਉਸ ਬਾਬਰ ਦਾ ਪੱਖ ਪੂਰਿਆ ਹੈ, ਤੂੰ ਹੀ ਉਸ ਦੀ ਮਦਦ ਕੀਤੀ ਹੈ। ਤੇਰੇ ਹੁਕਮਾਂ ਅਨੁਸਾਰ ਉਹਦੇ ਮਨ ਵਿੱਚ ਏਮਣਾਬਾਦ ਨੂੰ ਲੁੱਟਣ ਦਾ ਖਿਆਲ ਆਇਆ ਹੈ। ਤੂੰ ਕਠਿਨ ਰਸਤਾ ਨਦੀਆਂ ਦਾ ਸੁਕਾ ਕਰਕੇ ਉਸ ਬਾਬਰ ਦਾ ਸੁਖਾਲਾ ਕੀਤਾ ਹੈ ਜੀ। ਹਿੰਦੁਸਤਾਨ ਡਰਾਇਆ। ਤੇ ਜਿਹੜਾ ਹਿੰਦੁਸਤਾਨ ਪਠਾਣਾ ਦਾ ਜਿੱਥੇ ਰਾਜ ਸੀ, ਬੜਾ ਹੰਕਾਰੀ ਸੀ, ਉਸ ਹਿੰਦੁਸਤਾਨ ਨੂੰ ਤੂੰ ਲੁਟਾਇਆ ਹੈ। ਤੇਰੀ ਕਿਰਪਾ ਦੇ ਨਾਲ ਬਾਬਰ ਨੇ ਲੁੱਟਿਆ ਹੈ। ਹਿੰਦੁਸਤਾਨ ਨੂੰ ਤੂੰ ਡਰਾਉਣ ਵਾਲਾ ਹੈ। ਆਪਣਾ ਦੋਸ ਨ ਦੇਈ ਕਰਤਾ। ਇਹ ਅਕਾਲ ਪੁਰਖ ਵਾਹਿਗੁਰੂ ਸੰਸਾਰ ਵਿੱਚ ਜੋ ਵੀ ਵਰਤਾਰਾ ਵਰਤਦਾ ਹੈ ਇਹਦਾ ਦੋਸ਼ ਤੂੰ ਆਪਣੇ ਤੇ ਨਹੀਂ ਲੈਂਦਾ। ਜੰਕਰ ਮੁਗਲ ਚੜਾਇਆ। ਮੁਗਲਾਂ ਨੂੰ ਹੀ ਜਮਾਂ ਦਾ ਰੂਪ ਧਾਰਨ ਕਰਵਾ ਕਰਕੇ ਤੂੰ ਏਮਣਾਬਾਦ ਤੇ ਚੜਾ ਦਿੱਤਾ ਹੈ। ਤੇਰੀ ਮਾਰ ਪਈ ਗੁਰਲਾਣੇ। ਹੰਕਾਰੀ ਪਠਾਣਾ ਉੱਪਰ ਐਸੀ ਮਾਰ ਪਈ ਹੈ, ਇਹ ਹੁਣ ਕਰਲਾਉਂਦੇ ਰੋਂਦੇ ਨੇ। ਤੈਨੂੰ ਦਰਦ ਨ ਆਇਆ। ਇਹ ਵਾਹਿਗੁਰੂ ਤੈਨੂੰ ਰੱਤੀ ਪਰ ਵੀ ਦਰਦ ਨਹੀਂ ਆਇਆ। ਕਰਤਾ ਤੂੰ ਸਭਨਾ ਕਾ ਸੋਈ। ਪਰ ਮਹਾਰਾਜ ਇਹ ਵੀ ਗੱਲ, ਇਹ ਪਠਾਨ ਵੀ ਤੇਰੇ ਨੇ, ਇਹ ਮੁਗਲ ਵੀ ਤੇਰੇ ਨੇ, ਇਹ ਕਾਬਲ ਵੀ ਤੇਰਾ ਹੈ, ਇਹ ਹਿੰਦੁਸਤਾਨ ਵੀ ਤੇਰਾ ਹੈ। ਦਰਅਸਲ ਇਸ ਸ੍ਰਿਸ਼ਟੀ ਨੂੰ, ਸਾਰੀ ਸ੍ਰਿਸ਼ਟੀ ਨੂੰ ਰਚਣ ਵਾਲਾ, ਇਹਨਾਂ ਨੂੰ ਪੈਦਾ ਕਰਨ ਵਾਲਾ ਤੂੰ ਹੀ ਹੈ। ਜੇ ਸਕਤਾ ਸਕਤੇ ਕੋ ਮਾਰੇ। ਮਹਾਰਾਜ ਜੇਕਰ ਕੋਈ ਸਖਤਾ
ਸਕਤੇ ਤੋਂ ਭਾਵ ਹੁੰਦਾ ਹੈ ਤਕੜਾ। ਜੇਕਰ ਕੋਈ ਤਕੜਾ ਤਕੜੇ ਨੂੰ ਮਾਰਦਾ ਹੈ, ਜੇਕਰ ਕੋਈ ਬਰਾਬਰ ਦਾ ਬਰਾਬਰ ਦੇ ਨੂੰ ਮਾਰਦਾ ਹੈ, ਤਾਂ ਮਨ ਰੋਸ ਨਾ ਹੋਈ। ਮਹਾਰਾਜ ਫਿਰ ਰੋਸ ਵੀ ਕਰਦਾ। ਪਠਾਨ ਕਿਹੜਾ ਕੱਟ ਸਨ, ਸ਼ਰਾਬਾਂ ਪੀਂਦੇ ਸਨ, ਇੱਜ਼ਤਾਂ ਲੁੱਟਦੇ ਸਨ, ਵਿਕਾਰ ਭੋਗਦੇ ਸਨ, ਗਰੀਬਾਂ ਨਾਲ ਧੱਕਾ ਕਰਦੇ ਸਨ, ਗਰੀਬਾਂ ਨੂੰ ਦੁੱਖ ਦਿੰਦੇ ਸਨ। ਤੇ ਇਸ ਲਈ ਤੂੰ ਪਠਾਨਾਂ ਦਾ ਹੰਕਾਰ ਚੂਰ ਕਰਨ ਵਾਸਤੇ ਬਰਾਬਰ ਦਾ ਬਾਬਰ ਚੜਾਇਆ ਹੈ। ਇਸ ਲਈ ਮਨ ਵਿੱਚ ਰੋਸ਼ ਨਹੀਂ ਹੁੰਦਾ ਜਦੋਂ ਤਕੜਾ ਤਕੜੇ ਨੂੰ ਮਾਰਦਾ ਹੈ। ਠਹਿਰਾਓ ਦਾ ਵਿਸ਼ਰਾਮ ਸਤਿਗੁਰੂ ਜੀ ਬਖਸ਼ਿਸ਼ ਕਰਦੇ ਨੇ। ਸਕਤਾ ਸੀ ਕੋ ਮਾਰੇ ਕਹਿ ਬਗੈ। ਮਹਾਰਾਜ ਦੁੱਖ ਤਾਂ ਉੱਥੇ ਹੁੰਦਾ ਹੈ ਜਿੱਥੇ ਗਾਵਾਂ ਦੇ ਝੁੰਡ ਦੇ ਉੱਪਰ ਸ਼ੇਰ ਟੁੱਟ ਕੇ ਪੈਂਦੇ ਨੇ। ਕਸਮੈ ਸਾ ਪੁਰਸਾਈ। ਤੇ ਫਿਰ ਜਿਹੜਾ ਗਾਵਾਂ ਦਾ ਰਖਵਾਲਾ ਉਹਨਾਂ ਦਾ ਮਾਲਕ ਹੈ, ਉਹਨੂੰ ਗਾਵਾਂ ਦੇ ਬਚਾਉਣ ਦੀ ਬਾਬਤ ਕੋਈ ਨਾ ਕੋਈ ਰਾਖੀ ਕਰਨੀ ਪੈਂਦੀ ਹੈ, ਕੋਈ ਨਾ ਕੋਈ ਉਪਾਅ ਕਰਨਾ ਪੈਂਦਾ ਹੈ। ਰਤਨ ਵਿਗਾੜ ਵਿਗੋਏ ਕੁੱਤੀ। ਇਸ ਪ੍ਰਕਾਰ ਜਿਹੜਾ ਹੀਰਿਆਂ ਵਰਗਾ ਅਮੋਲਕ ਜਨਮ ਸੀ ਪਠਾਨਾਂ ਦਾ, ਇਹਨਾਂ ਨੇ ਕੌਡੀਆਂ ਬਦਲੇ ਗਵਾ ਦਿੱਤਾ ਹੈ। ਵਿਕਾਰਾਂ ਦੇ ਵਿੱਚ ਵਿਗਾੜ ਲਿਆ ਹੈ ਆਪਣੇ ਜੀਵਨ ਨੂੰ, ਤੇ ਕੁੱਤਿਆਂ ਵਾਂਗ ਇਹ ਲਾਲਚੀ ਹੋਏ ਨੇ। ਮੋਇਆ ਸਾਰ ਨਾ ਕਾਈ। ਜਿਹੜੇ ਸ਼ਰਾਬਾਂ ਪੀ ਕਰਕੇ ਕੱਲ ਏਮਣਾਵਾਦ ਨਗਰ ਦੀਆਂ ਗਲੀਆਂ ਵਿੱਚ ਘੋੜੇ ਨਚਾਉਂਦੇ ਸਨ, ਇਸਤਰੀਆਂ ਨੂੰ ਧੱਕੇ ਦੇ ਨਾਲ ਪਕੜਦੇ ਸਨ, ਮਹਾਰਾਜ ਅੱਜ ਮਰੇ ਪਏ। ਇਹਨਾਂ ਦੀ ਕੋਈ ਸਾਰ ਲੈਣ ਵਾਲਾ, ਇਹਨਾਂ ਨੂੰ ਕਬਰਾਂ ਵਿੱਚ ਦਫਨਾਉਣ ਵਾਲਾ ਵੀ ਨਹੀਂ ਹੈ। ਆਪੇ ਜੋੜ ਵਿਛੋੜੇ ਆਪੇ। ਇਹ ਅਕਾਲ ਪੁਰਖ ਵਾਹਿਗੁਰੂ, ਤੂੰ ਇਹਨਾਂ ਸਰੀਰਾਂ ਦੇ ਨਾਲ ਜਦੋਂ ਆਪਣੀ ਪਰਮ ਜੋਤ ਆਤਮਾ ਨੂੰ ਜੋੜਦਾ ਹੈ ਤੇ ਜਨਮ ਹੁੰਦਾ ਹੈ। ਜਦੋਂ ਪਰਮ ਜੋਤ ਨੂੰ ਕੱਢਦਾ ਹੈ, ਵਿਛੋੜਦਾ ਹੈ ਤੇ ਮੌਤ ਹੁੰਦੀ ਹੈ। ਵੇਖ ਤੇਰੀ ਵਡਿਆਈ। ਇਹ ਜੋ ਜੰਮਣ ਔਰ ਮਰਨ ਹੈ ਤੇਰਿਆਂ ਹੁਕਮਾਂ ਵਿੱਚ ਹੈ, ਇਹ ਸਾਰੀ ਤੇਰੀ ਵਡਿਆਈ ਹੈ। ਦੇਖੋ ਨਾਉ ਧਰਾਏ ਵੱਡਾ। ਜੇਕਰ ਕੋਈ ਮਹਾਰਾਜ ਇਸ ਸੰਸਾਰ ਦੇ ਉੱਪਰ ਆ ਕਰਕੇ ਜਿੰਨਾ ਮਰਜੀ ਵੱਡਾ ਨਾਮ ਰਖਵਾ ਲਵੇ ਸਾਧ ਕਰੇ ਮਨ ਭਾਣੇ। ਔਰ ਆਪਣੀ ਮਨ ਮਰਜ਼ੀ ਦੇ ਨਾਲ ਜੀਵਨ ਬਤੀਤ ਕਰੇ, ਸ਼ਰਾਬਾਂ ਪੀਵੇ, ਤਾਸ਼ ਖੇਡੇ, ਵਿਕਾਰ ਭੋਗੇ, ਆਪਣੀ ਮਰਜ਼ੀ ਦੇ ਨਾਲ ਜਿਹੜੇ ਜੀਵਨ ਬਤੀਤ ਕਰਦੇ ਨੇ, ਕਸਮੈ ਨਜ਼ਰੀ ਕੀੜਾ ਆਵੇ। ਐਸੇ ਲੋਕ ਭਾਵੇਂ ਰਾਜ ਤਖਤ ਤੇ ਕਿਉਂ ਨਾ ਬੈਠੇ ਹੋਣ, ਪਰ ਤੇਰੀ ਨਜ਼ਰ ਵਿੱਚ ਵਾਹਿਗੁਰੂ ਉਹ ਕੀੜਿਆਂ ਸਮਾਨ ਨੇ। ਜਿਵੇਂ ਕੀੜੇ ਦਾਣੇ ਚੁਗਦੇ ਫਿਰਦੇ ਨੇ ਨਾ ਆਪਣੀ ਮਰਜ਼ੀ ਨਾਲ, ਏਦਾਂ ਇਹ ਹੰਕਾਰੀ ਲੋਕ ਮਰਜ਼ੀ ਨਾਲ ਜੀਵਨ ਬਤੀਤ ਕਰਦੇ ਹੋਏ ਵਿਕਾਰਾਂ ਰੂਪੀ ਦਾਣੇ ਚੁਗਦੇ ਨੇ। ਤੇ ਐਸੇ ਲੋਕ ਵਾਰ-ਵਾਰ ਮਰਦੇ ਔਰ ਵਾਰ-ਵਾਰ ਜੰਮਦੇ ਨੇ। ਨਾਨਕ ਨਾਮ ਬਖਾਣੇ। ਤੇ ਇਹਨਾਂ ਨੂੰ ਪ੍ਰਾਪਤੀ ਸਤਿਗੁਰੂ ਜੀ ਉਦੋਂ ਹੁੰਦੀ ਹੈ ਜਦੋਂ ਕਿਸੇ ਜਨਮ ਵਿੱਚ ਆਪ ਜੀਆਂ ਦਾ ਨਾਮ ਜਪਦੇ, ਜਦੋਂ ਮਨੁੱਖਾ ਜੀਵਨ ਪ੍ਰਾਪਤ ਹੋਵੇ, ਸਤ ਸੰਗਤ ਕਰਦੇ ਨੇ, ਆਪ ਜੀਆਂ ਦਾ ਨਾਮ ਜਪਦੇ ਨੇ, ਇਸ ਪ੍ਰਕਾਰ ਧਰਮ ਦੇ ਵਿੱਚ ਰਹਿ ਕਰਕੇ ਜੀਵਨ ਬਤੀਤ ਕਰਦੇ ਨੇ, ਫਿਰ ਇਹਨਾਂ ਨੂੰ ਤੇਰੀ ਪ੍ਰਾਪਤੀ ਹੁੰਦੀ ਹੈ। ਨਹੀਂ ਤਾਂ ਇਹ ਕੀੜਿਆਂ ਸਮਾਨ ਨੇ। ਇਸ ਵਿੱਚ ਗਾਵਤ ਮਾਰਗ ਜਾਹੀ। ਏਦਾਂ ਮਹਾਰਾਜ ਉੱਚੀ ਉੱਚੀ ਇਸ ਸ਼ਬਦ ਨੂੰ ਗਾਉਂਦੇ ਹੋਏ ਬਾਬਰ ਵੱਲ ਨੂੰ ਜਾਂਦੇ ਨੇ। ਸਦਾ ਏਕ ਰਸ ਆਨੰਦ ਮਾਹੀ। ਗੁਰੂ ਨਾਨਕ ਪਾਤਸ਼ਾਹ ਇੱਕ ਰਸ ਵਿੱਚ ਆਨੰਦ ਵਿੱਚ ਹਨ ਜੀ। ਲੋਕ ਬਹੁਤ ਸਮਾਏ। ਤੇ ਲੋਕ ਐਸਾ ਵੇਖ ਕਰਕੇ ਬੜੇ ਹੈਰਾਨ ਹੁੰਦੇ ਨੇ। ਇਹੋ ਅਚਰਜ ਕਛ ਲਖਿਓ ਨ ਜਾਏ। ਇਹ ਜਿਹੜਾ ਐਸਾ ਕੌਤਕ ਹੈ ਇਹ ਜਾਣਿਆ ਨਹੀਂ ਜਾਂਦਾ। ਵੇਖੋ ਇੱਕ ਫਕੀਰ ਸ਼ਬਦ ਗਾਉਂਦਾ ਜਾਂਦਾ ਹੈ, ਦੂਜਾ ਸਾਜ਼ ਵਜਾਉਂਦਾ ਹੈ, ਤੇ ਜੋ ਫਕੀਰ ਸ਼ਬਦ ਗਾਉਂਦਾ ਹੈ ਉਸ ਦੇ ਸਿਰ ਉੱਪਰ ਜੋ ਪੰਡ ਹੈ ਉਹ ਇੱਕ ਗਿੱਠ ਉੱਚੀ ਚੱਲ ਰਹੀ ਹੈ। ਸਿਰ ਤੇ ਕਰ ਉੱਚੋ ਹੈ ਭਾਰਾ। ਸਿਰ ਦੇ ਉੱਪਰ ਜਿਹੜਾ ਭਾਰ ਉਹ ਬੜਾ ਭਾਰੀ ਹੈ। ਬਬਰੋ ਚਲਿਆ ਚਾਹੇ ਸੰਗਾਰਾ। ਫਿਰ ਵੀ ਇੱਕ ਗਿੱਠ ਉੱਚਾ ਨਾਲ ਨਾਲ ਚੱਲਦਾ ਹੈ। ਸਰ ਕੇ ਤੁਰੰਗ ਵਿਚਾਰੀ। ਤੇ
ਦੂਸਰੇ ਦੇ ਜਿਹੜਾ ਬੜਾ ਅੜਬ ਘੋੜਾ ਪਿੱਛੇ ਪਿੱਛੇ ਸ਼ਾਂਤ ਹੋਇਆ ਚੱਲਦਾ ਹੈ। ਚਲਿਓ ਜਾਤ ਬਿਨ ਗਤੀ ਮਹਾਰੀ। ਇਸ ਪ੍ਰਕਾਰ ਪਿੱਛੇ ਪਿੱਛੇ ਆਉਂਦਾ ਹੈ ਉਹ ਘੋੜਾ ਰੱਤੀ ਪਰ ਵੀ ਡੋਲਦਾ ਨਹੀਂ। ਕੇਤਕ ਕਹੈ ਸੰਤ ਇਹ ਕੋਈ। ਤੇ ਕੁਝ ਕੁ ਤਾਂ ਸਤਿਗੁਰਾਂ ਨੂੰ ਵੇਖ ਕਰਕੇ ਸੰਤ ਕਹਿੰਦੇ ਨੇ। ਕਦੋਂ ਖੁਦਾਏ ਆਪ ਹੀ ਹੋਈ। ਤੇ ਕੁਝ ਕਹਿੰਦੇ ਨੇ ਕਿ ਇਹ ਆਪ ਖੁਦਾ ਹੈ। ਆਪਦਾ ਸਮਰੱਥ ਅਜਮਤ ਮਹਿ ਭਾਰੀ। ਇਹ ਸਮਰੱਥ ਸਤਿਗੁਰੂ ਹੈ, ਬੜੀਆਂ ਵੱਡੀਆਂ ਸ਼ਕਤੀਆਂ ਦਾ ਮਾਲਕ ਹੈ। ਐਸੋ ਕਬਨ ਹੈ ਪਿਖਾ ਅਗਵਾਰੀ। ਅੱਜ ਤੋਂ ਪਹਿਲਾਂ ਐਸਾ ਕੌਤਕ ਕਦੇ ਵੀ ਨਹੀਂ ਵੇਖਿਆ। ਹੱਥ ਬੰਦ ਕੇ ਬੰਧਨ ਕਰਹੀ। ਹੱਥ ਜੋੜ ਕਰਕੇ ਜਾਂਦੇ ਸਤਿਗੁਰਾਂ ਨੂੰ ਲੋਕ ਨਮਸਕਾਰਾਂ ਕਰਦੇ ਨੇ। ਚਰਨ ਕਮਲ ਮਹਿ ਸਰਦਾ ਧਰਹੀ। ਸਤਿਗੁਰਾਂ ਦੇ ਚਰਨਾਂ ਉੱਪਰ ਪੂਰਨ ਸ਼ਰਧਾ ਧਾਰਦੇ ਨੇ ਜੀ। ਇਸ ਪ੍ਰਕਾਰ ਪਹੁੰਚਿਓ ਜਬ ਡੇਰੇ। ਇਸ ਪ੍ਰਕਾਰ ਜਦੋਂ ਬਾਬਰ ਦੇ ਹੈੱਡਕੁਆਟਰ ਗੁਰੂ ਨਾਨਕ ਪਾਤਸ਼ਾਹ ਪਹੁੰਚੇ ਨੇ। ਆਪ ਮੁਗਲ ਤੁਸੀਂ ਨ ਨੇੜੇ। ਤੇ ਜਦੋਂ ਮੁਗਲਾਂ ਨੇ ਆਉਂਦੇ ਸਤਿਗੁਰਾਂ ਨੂੰ ਵੇਖਿਆ ਹੈ। ਇਸ ਵਿੱਚ ਅਚਰਜ ਲਖਿਓ ਤਮਾਸਾ। ਜਦੋਂ ਐਸਾ ਕੌਤਕ ਸਤਿਗੁਰਾਂ ਦਾ ਵੇਖਿਆ ਹੈ। ਗਇਓ ਦੌਰ ਬਾਬਰ ਕੇ ਪਾਸਾ। ਇੱਕ ਮੁਗਲ ਦੌੜਿਆ ਹੈ ਔਰ ਬਾਬਰ ਜਿੱਥੇ ਤਖਤ ਤੇ ਬੈਠਾ ਹੈ ਉਹਦੇ ਕੋਲ ਜਾ ਕੇ ਦੱਸਦਾ ਹੈ। ਨਿਕਟ ਬੈਠ ਕੇ ਗਿਰਾ ਵਿਚਾਰੀ। ਬਾਬਰ ਦੇ ਕੋਲ ਬੈਠ ਕਰਕੇ ਮੁਗਲ ਸਾਰੀ ਕਹਾਣੀ ਦੱਸਦਾ ਹੈ। ਇੱਕ ਦਰਵੇਸ਼ ਹੈ ਬੰਦ ਮਝਾਰੀ। ਕਿ ਇੱਕ ਦਰਵੇਸ਼ ਨੂੰ ਤੇਰੀਆਂ ਫੌਜਾਂ ਨੇ ਬੰਦੀ ਬਣਾਇਆ ਹੈ। ਲੋਕਰਾ ਅੱਜ ਅਚਰਜ ਸਭ ਲੋਕਿਓ। ਮੈਂ ਸਾਰਾ ਕੌਤਕ ਆਪਣੇ ਅੱਖੀਂ ਵੇਖਿਆ ਹੈ। ਆਪਦਾ ਅਜਮਤ ਮਹਿਪੂਰ। ਬੜੀ ਸ਼ਕਤੀ ਦੇ ਵਿੱਚ ਸਮਰੱਥ ਹੈ। ਬੋਝ ਦਿਓ ਸਿਰ ਤਾਹੇ ਕੇ। ਸਿਰ ਉੱਪਰ ਬੜਾ ਭਾਰੀ ਭਾਰ ਉਸਨੇ ਰੱਖਿਆ ਹੈ। ਰਵਿਓ ਏਕ ਕਦੂਰ। ਪਰ ਸਿਰ ਤੋਂ ਇੱਕ ਗੱਠ ਦੂਰੀ ਤੇ ਟਿਕਿਆ ਹੈ। ਚੌਪਈ ਏਕ ਡੂਮ ਹੈ ਜਾ ਕੇ ਸੰਗਾਰ। ਇੱਕ ਡੂਮ ਇੱਕ ਮਰਾਸੀ ਉਹਦੇ ਪਿੱਛੇ ਰਵਾਬ ਵਜਾਉਂਦਾ ਆਉਂਦਾ ਹੈ। ਤਹਿ ਪਿੱਛੇ ਚਲ ਜਾਹੇ ਤਰੰਗਾ। ਜਿਹੜਾ ਆਪਣਾ ਸਭ ਤੋਂ ਅੜਬ ਚੰਚਲ ਘੋੜਾ ਹੈ ਨਾ ਉਹਦੇ ਪਿੱਛੇ ਸ਼ਾਂਤ ਹੋਇਆ ਆਉਂਦਾ ਹੈ। ਤਤ ਬੰਦਗੀ ਤਹਾਂ ਖੁਦਾਏ। ਉਹ ਬੰਦਗੀ ਦੇ ਬਚਨ ਉਚਾਰਦੇ ਆਉਂਦੇ ਨੇ। ਆਪ ਲੋਕ ਕੋ ਚਾਲਤ ਰਖਾਏ। ਇਹ ਬਾਬਰ ਆਪਣੇ ਅੱਖੀਂ ਵੇਖ ਲਵੋ ਜਾ ਕੇ। ਇਹ ਹੁਸਨ ਬਾਬਰ ਬਚਨ ਬਖਾਨਤ। ਇਹ ਸੁਣ ਕਰਕੇ ਬਾਬਰ ਕਹਿੰਦਾ ਹੈ। ਪੂਰਬ ਜੇ ਮੈਂ ਇਸ ਵਿਦ ਜਾਣਤ। ਤੇ ਜੇਕਰ ਮੈਂ ਇਦਾਂ ਜਾਣਦਾ ਹੁੰਦਾ। ਇਸ ਪਰ ਕੌਣ ਹੈ ਮਾਤ ਧਾਈ। ਮੈਂ ਕਦੇ ਵੀ ਏਮਣਾਵਾਦ ਉੱਪਰ ਹਮਲਾ ਨਾ ਕਰਦਾ। ਜਿਸਮਹਿ ਆਸਾ ਦਰਵੇਸ਼ ਰਹਾਈ। ਜਿਸ ਦੇ ਵਿੱਚ ਐਸੇ ਸ਼ਕਤੀ ਵਾਲੇ ਸਰਬ ਕਲਾ ਸਮਰੱਥ ਸੰਤ ਸਰੂਪ ਦਰਵੇਸ਼ ਲੋਕ ਵਸਦੇ ਸਨ। ਆਵਨ ਕੋ ਪਿਆਰ ਪਾਸ ਹੋਈ। ਇਸ ਪ੍ਰਕਾਰ ਤਖਤ ਤੋਂ ਬਾਬਰ ਉੱਠਿਆ ਹੈ ਔਰ ਸਤਿਗੁਰਾਂ ਦੇ ਦਰਸ਼ਨਾਂ ਨੂੰ ਆਉਣ ਵਾਸਤੇ ਤਿਆਰ ਹੋਇਆ ਹੈ। ਗੁਰੂ ਕਥਾ ਸੁਣੀਏ ਕਿਉ ਹੋਈ। ਤੇ ਭਾਈ ਬਾਲਾ ਜੀ ਕਹਿੰਦੇ ਇਸ ਪ੍ਰਕਾਰ ਜਿਵੇਂ ਸਾਡੇ ਨਾਲ ਹੋਈ ਸੁਣ ਲਵੋ। ਦਲ ਮਹਿ ਬਹੁਤ ਬੰਦ ਨਰ ਨਾਰੀ। ਜਦੋਂ ਅਸੀਂ ਬਾਬਰ ਦੇ ਡੇਰੇ ਅੰਦਰ ਪਹੁੰਚੇ ਨਾ ਕਿਲੇ ਅੰਦਰ ਬੜੇ ਜਿਹੜੇ ਲੋਕ ਏਮਣਾਬਾਦ ਦੇ ਬੰਦੀ ਬਣਾ ਕੇ ਉਹਨਾਂ ਨੇ ਰੱਖੇ ਸੀ। ਬਿਰਲਾਪਤ ਪ੍ਰਾਪਤ ਦੁਖ ਭਾਰੀ। ਬੜਾ ਬਿਰਲਾਪਤ ਕਰਦੇ ਨੇ, ਬੜਾ ਦੁੱਖ ਪਾਉਂਦੇ ਨੇ। ਸਭ ਜਾਤ ਜਿਜਨੀ ਹਿਤਵਾਣੀ। ਇਸ ਪ੍ਰਕਾਰ ਨੀਚ ਜਾਤੀਆਂ ਦੇ ਲੋਕ ਔਰ ਹਿੰਦੂ ਧਰਮ ਦੇ ਲੋਕ ਵੀ ਬੰਦੀ ਨੇ। ਇਹ ਤੁਰਕਨੀ ਆਦ ਪਠਾਣੀ। ਤੁਰਕ ਲੋਕ ਔਰ ਪਠਾਨ ਲੋਕ ਉਹਨਾਂ ਦੀਆਂ ਘਰਾਂ ਵਾਲੀਆਂ ਵੀ ਬੰਦੀ ਬਣਾਈਆਂ ਨੇ। ਸਭ ਕੇ ਚਾਕੀ ਧਰੀ ਅਗਾਰੀ। ਸਾਰਿਆਂ ਦੇ ਕੋਲ ਘੋੜਿਆਂ ਦਾ ਦਾਣਾ ਪੀਸਣ ਵਾਸਤੇ ਚੱਕੀਆਂ ਰੱਖੀਆਂ ਨੇ। ਦਾਣਾ ਦਰੇ ਬਿਨਾ ਹਵਾਰੀ। ਤੇ ਬਿਨਾਂ ਸਾਹ ਲੈ ਤੋਂ ਹੁਕਮ ਕੀਤਾ ਹੈ ਮੁਗਲਾਂ ਨੇ ਕਿ ਸਾਡੇ ਘੋੜਿਆਂ ਦਾ ਦਾਣਾ ਪੀਸ ਦੇਵੋ। ਸ੍ਰੀ ਨਾਨਕ ਜਬ ਡੇਰੇ ਆਏ। ਜਦੋਂ ਗੁਰੂ ਨਾਨਕ ਪਾਤਸ਼ਾਹ ਉਸ ਮੁਗਲਾਂ ਦੇ ਡੇਰੇ ਵਿੱਚ ਆਏ ਨੇ। ਉੱਪਰ ਤੇ ਬੋਝੇ ਉਤਰਾਏ। ਤੇ ਭਾਈ ਬਾਲਾ ਜੀ ਕਹਿੰਦੇ ਸਾਡੇ ਸਿਰ ਤੇ ਰੱਖੇ ਭਾਰ ਮੁਗਲਾਂ ਨੇ ਉਤਾਰੇ ਨੇ। ਕਾਰੇ ਵਿੱਚ ਬੰਦ ਮਝਾਰੀ।
ਸਾਨੂੰ ਵੀ ਬੰਦੀ ਬਣਾ ਕਰਕੇ ਜੇਲ੍ਹਾਂ ਵਿੱਚ ਰੱਖਿਆ ਹੈ। ਦੋਵੇਂ ਚਾਕੀ ਤਬਾਨੀ ਭਾਰੀ ਤੇ ਦੋ ਵੱਡੀਆਂ ਭਾਰੀ ਚੱਕੀਆਂ ਸਾਡੇ ਕੋਲ ਆ ਰੱਖ ਦਿੱਤੀਆਂ ਨੇ। ਆਗੇ ਮੇਰੇ ਅਰਮਰਦਾਨੇ ਭਾਈ ਮਰਦਾਨੇ ਦੇ ਔਰ ਮੇਰੇ ਅੱਗੇ ਦੋ ਚੱਕੀਆਂ ਲਿਆ ਦਿੱਤੀਆਂ ਨੇ। ਧਰੀ ਏਕ ਦੀਨੇ ਬਹੁਦਾਨੇ ਇਸ ਪ੍ਰਕਾਰ ਇੱਕ ਗੁਰੂ ਨਾਨਕ ਪਾਤਸ਼ਾਹ ਦੇ ਅੱਗੇ ਚੱਕੀ ਰੱਖ ਦਿੱਤੀ ਹੈ ਔਰ ਸਾਗ ਤੇ ਦਾਣਿਆਂ ਦੀਆਂ ਬੋਰੀਆਂ ਸਾਡੇ ਕੋਲ ਲਿਆ ਰੱਖੀਆਂ ਨੇ। ਸ੍ਰੀ ਗੁਰੂ ਅਗਾਰੀ ਧਰਕੈ ਇੱਕ ਬੋਰੀ ਦਾਣੇ ਦੀ ਗੁਰੂ ਨਾਨਕ ਪਾਤਸ਼ਾਹ ਕੋਲ ਰੱਖੀ ਹੈ। ਕਰਿਓ ਦਰਗੋ ਦਾਨਾ ਲੁਕ ਕਰਕੇ ਤੇ ਮੁਗਲਾਂ ਨੇ ਬੜੇ ਗੁੱਸੇ ਵਿੱਚ ਆ ਕੇ ਕਿਹਾ ਹੈ ਕਿ ਸਾਡੇ ਘੋੜਿਆਂ ਦਾ ਜਿਹੜਾ ਦਾਣਾ ਉਹ ਪੀ ਦੇਵੋ। ਆਮਾ ਮਿਲ ਦਾਨਾ ਲਗੇ ਦੁਰਦਾਨਾ ਭਾਈ ਕਾਲਾ ਜੀ ਕਹਿੰਦੇ ਮੈਂ ਔਰ ਭਾਈ ਮਰਦਾਨਾ ਜੀ ਚੱਕੀਆਂ ਚਲਾਉਣ ਲੱਗੇ ਹਾਂ। ਜਿਉ ਕਰਨਾਰ ਕਰਤ ਤਨਖਾਨਾ ਜਿਵੇਂ ਸਾਡੇ ਤੋਂ ਪਹਿਲਾਂ ਏਮਨਾਬਾਦ ਦੇ ਲੋਕ ਚੱਕੀਆਂ ਪੀਂਦੇ ਸਨ ਅਸੀਂ ਵੀ ਪੀਣ ਲੱਗੇ ਹਾਂ। ਸ੍ਰੀ ਗੁਰੂ ਚਾਕੀ ਹਾਥ ਨਾ ਲਾਵਹੇ ਤੇ ਗੁਰੂ ਨਾਨਕ ਪਾਤਸ਼ਾਹ ਨੇ ਉਸ ਚੱਕੀ ਦੇ ਉੱਪਰ ਆਪਣੀ ਪਵਿੱਤਰ ਨਿਗਾਹ ਪਾਈ ਆ, ਹੱਥ ਤੱਕ ਨਹੀਂ ਲਾਇਆ। ਨਿਤ ਕਰ ਸੋ ਦਾਨਾ ਮਦ ਪਾਵਹੇ ਮਹਾਰਾਜ ਬੜੇ ਪ੍ਰੇਮ ਦੇ ਨਾਲ ਚੌਂਕੜਾ ਮਾਰ ਕੇ ਬੈਠੇ ਨੇ। ਇੱਕ ਮੁੱਠੀ ਵਿੱਚ ਦਾਣੇ ਦੀ ਮੁੱਠ ਭਰਦੇ ਨੇ ਔਰ ਚੱਕੀ ਵਿੱਚ ਪਾਉਂਦੇ ਨੇ। ਸ੍ਰੀ ਗੁਰੂ ਕਰੇ ਆਪ ਹੀ ਸੋਈ ਤੇ ਜਿਹੜੀ ਚੱਕੀ ਆਪਣੇ ਆਪ ਚੱਲ ਰਹੀ ਹੈ ਜੀ। ਲੋਕ ਕੇ ਤਹੇ ਸਭ ਕੋਈ ਤੇ ਜਿਹੜੇ ਹੋਰ ਲੋਕ ਸਾਡੇ ਨਾਲ ਚੱਕੀਆਂ ਪੀ ਰਹੇ ਨੇ ਉਹ ਬੜਾ ਹੈਰਾਨ ਹੋਏ ਨੇ ਵੇਖ ਕੇ। ਕਿਤਨੇ ਮਹਿ ਬਾਬਰ ਚਲ ਆਇਓ ਇੰਨੇ ਕੁ ਸਮੇਂ ਨੂੰ ਜਦੋਂ ਬਾਬਰ ਚੱਲ ਕੇ ਆਇਆ ਹੈ, ਭਾਈ ਮਣੀ ਸਿੰਘ ਜੀ ਆਪਣੀ ਕਥਾ ਦੇ ਵਿੱਚ ਇਹ ਵੀ ਦੱਸਦੇ ਨੇ ਕਿ ਜਦੋਂ ਗੁਰੂ ਨਾਨਕ ਪਾਤਸ਼ਾਹ ਦੀ ਚੱਕੀ ਆਪਣੇ ਆਪ ਗਿੜ ਰਹੀ ਸੀ ਨਾ, ਤੇ ਜਿਹੜੇ ਏਮਨਾਬਾਦ ਦੇ ਲੋਕ ਨੇ ਉਹਨਾਂ ਨੇ ਆਪਣੀ ਭੁੱਲ ਬਖਸ਼ਾਈ ਸਤਿਗੁਰਾਂ ਦੇ ਚਰਨਾਂ ਉੱਪਰ ਆ ਕਰਕੇ ਡਿੱਗ ਪਏ ਨੇ। ਮਹਾਰਾਜ ਸਾਨੂੰ ਪਤਾ ਸੀ ਆਪ ਜੀ ਨਗਰ ਤੋਂ ਬਾਹਰ ਬੈਠੇ ਸੀ, ਪਰ ਅਸੀਂ ਆਪਣੇ ਹੰਕਾਰ ਵਿੱਚ ਵਿਸ਼ੇ ਵਿਕਾਰਾਂ ਵਿੱਚ ਚੂਰ ਹੋਏ ਆਪ ਜੀਆਂ ਨੂੰ ਪਹਿਚਾਣਿਆ ਨਹੀਂ। ਜਦੋਂ ਆਪ ਜੀ ਦੇ ਸਿੱਖ ਸਾਡੇ ਘਰਾਂ ਵਿੱਚ ਪ੍ਰਸ਼ਾਦਾ ਮੰਗ ਰਹੇ ਸਨ, ਮਹਾਰਾਜ ਅਸੀਂ ਪ੍ਰਸ਼ਾਦਾ ਦਾ ਕੀ ਦੇਣਾ ਸੀ। ਭੈੜੇ ਬੋਲ ਬੋਲੇ ਧੱਕੇ ਮਾਰ ਕੇ ਆਪ ਜੀ ਦੇ ਗੁਰਸਿੱਖਾਂ ਨੂੰ ਠੇਸ ਪਹੁੰਚਾਈ, ਪਰ ਅਸੀਂ ਆਪਣੀ ਭੁੱਲ ਬਖਸ਼ਾਉਂਦੇ ਹਾਂ। ਵੇਖੋ ਸਤਿਗੁਰੂ, ਇੱਕ ਤਾਂ ਅਸੀਂ ਜੰਗ ਦੇ ਮੈਦਾਨ ਵਿੱਚ ਜ਼ਖਮੀ ਹੋਏ, ਦੂਸਰਾ ਪ੍ਰਸ਼ਾਦਾ ਨਹੀਂ ਛਕਿਆ, ਤੀਸਰੇ ਸਾਡੇ ਹੱਥਾਂ ਦੇ ਵਿੱਚ ਸਾਡੇ ਗਲੇ ਦੇ ਵਿੱਚ ਮਹਾਰਾਜ ਰੱਸੇ ਬੰਨੇ ਹੋਏ, ਸਾਨੂੰ ਬੰਦੀ ਬਣਾਇਆ। ਅਸੀਂ ਭੁੱਖੇ ਹਾਂ ਮਹਾਰਾਜ, ਸਾਥੋਂ ਚੱਕੀਆਂ ਨਹੀਂ ਚੱਲਦੀਆਂ, ਸਾਡੀ ਭੁੱਲ ਬਖਸ਼ੋ। ਤੇ ਗੁਰੂ ਨਾਨਕ ਪਾਤਸ਼ਾਹ ਨੇ ਭਾਈ ਮਣੀ ਸਿੰਘ ਜੀ ਕਹਿੰਦੇ ਬਚਨ ਕੀਤੇ, ਭਾਈ ਪਰਮੇਸ਼ਰ ਦਾ ਨਾਮ ਜਪੋ। ਜਦੋਂ ਸਾਰੇ ਬੈਠ ਕਰਕੇ ਆਪੋ ਆਪਣੀਆਂ ਚੱਕੀਆਂ ਦੇ ਕੋਲ ਵਾਹਿਗੁਰੂ ਵਾਹਿਗੁਰੂ ਮੰਤਰ ਉਚਾਰਨ ਕਰ ਰਹੇ ਸਨ, ਜਿੱਥੇ ਗੁਰੂ ਨਾਨਕ ਪਾਤਸ਼ਾਹ ਦੀ ਚੱਕੀ ਚੱਲ ਰਹੀ ਸੀ ਉੱਥੇ ਸਾਰੀਆਂ ਚੱਕੀਆਂ ਆਪਣੇ ਆਪ ਵਿੜਨਾ ਸ਼ੁਰੂ ਹੋਈਆਂ ਸਨ। ਤੇ ਇੰਨੇ ਕੁ ਸਮੇਂ ਨੂੰ ਜਿਹੜਾ ਉਥੋਂ ਦਾ ਵਸਨੀਕ ਰਾਜਾ ਹੈ ਬਾਬਰ ਚਲ ਆਇਆ ਹੈ। ਚਰਨ ਕਮਲ ਪਰ ਸੀਸ ਨਿਵਾਇਓ ਆਪਣੇ ਅੱਖਾਂ ਦੇ ਨਾਲ ਐਸੇ ਕੌਤਕ ਨੂੰ ਵੇਖ ਕਰਕੇ ਜਿਹੜੇ ਬੰਦੀ ਲੋਕ ਨੇ ਪਹਿਲਾਂ ਹੱਥੀਂ ਚੱਕੀਆਂ ਪੀਂਦੇ ਸਨ, ਜਦੋਂ ਦੇ ਇਹ ਮਹਾਂਪੁਰਖ ਗੁਰੂ ਨਾਨਕ ਪਾਤਸ਼ਾਹ ਆਏ ਨੇ ਆਪਣੇ ਆਪ ਚੱਕੀਆਂ ਚੱਲ ਰਹੀਆਂ ਨੇ, ਆਪਣੇ ਹੱਥਾਂ ਦੇ ਨਾਲ ਦਾਣਾ ਪਾ ਰਹੇ ਨੇ, ਦਾਣਾ ਆਪਣੇ ਆਪ ਪੀਸਿਆ ਜਾ ਰਿਹਾ ਹੈ। ਐਸੀ ਜਦੋਂ ਕਰਾਮਾਤ ਵੇਖੀ ਹੈ ਬਾਬਰ ਨੇ, ਗੁਰੂ ਨਾਨਕ ਪਾਤਸ਼ਾਹ ਦੇ ਚਰਨਾਂ ਦੇ ਉੱਪਰ ਆਪਣਾ ਸਿਰ ਰੱਖ ਦਿੱਤਾ ਹੈ। ਇੱਥੋਂ ਤੱਕ ਸੰਗਤ ਦੀ ਅੱਜ ਦੀਆਂ ਕਥਾ ਵਿਚਾਰਾਂ ਆਈਆਂ ਨੇ। ਕੱਲ੍ਹ ਨੂੰ ਬਾਬਰ ਦੇ ਨਾਲ ਕੀ ਬਚਨ ਬਲਾਸ ਹੋਣਗੇ, ਗੁਰੂ ਨਾਨਕ ਪਾਤਸ਼ਾਹ ਬਾਬਰ ਨੂੰ ਕੀ ਉਪਦੇਸ਼ ਦੇ ਕਰਕੇ ਨਿਹਾਲ ਕਰਨਗੇ, ਕੱਲ੍ਹ ਦੀਆਂ ਦੀਵਾਨਾਂ ਵਿੱਚ ਸਰਵਣ ਕਰਾਂਗੇ ਜੀ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ, ਗੁਰੂ ਦਾ ਇਤਿਹਾਸ, ਗੁਰੂ ਦਾ ਸ਼ਬਦ ਜਾਣ ਕੇ ਹਿਰਦਿਆਂ ਵਿੱਚ ਵਸਾਉਣਾ, ਤਾਂ ਜੋ ਸਾਡਾ ਲੋਕ ਅਤੇ ਪਰਲੋਕ ਸਬਰ ਸੱਚੇ ਆਓ। ਆਨੰਦ ਸਰਬ ਦੀ ਗੁਰਬਾਣੀ ਦੇ ਨਾਲ ਜੁੜੀਏ, ਸਮਾਪਤੀ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਮਕਲੀ ਮਹੱਲਾ ਤੀਜਾ। ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਦਾ ਪਾਇਆ ਸਹਿਜ ਸੇਤੀ ਮਨ ਵਜੀਆਂ।
ਰਾਗ ਰਤਨ ਪਰਵਾਰ ਪਰਿਆ ਸ਼ਬਦ ਕਾ ਬਣਾਇਆ ਸਭ ਦੋਤਾ ਕਾ ਬਹਾਰੀ ਤੇਰਾ ਮਨ ਜਿਨੀ ਵਸਾਇਆ ਕਾਹੈ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਕੇ ਮਨ ਮੇਰੇ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਭੂਖ ਸਭ ਵਿਸਾਰਨਾ ਅੰਗੀਕਾਰ ਹੋ ਕਰੇ ਤੇਰਾ ਕਾਰਜ ਸਭ ਸਵਾਰਨਾ ਸਭਨਾ ਗੱਲਾਂ ਸਮਰੱਥ ਸਮਰੱਥ ਸੁਆਮੀ ਸੋ ਗਿਆ ਮਨ ਵਿਸਾਰੇ ਕਾਹੈ ਨਾਨਕ ਮਨ ਮਨ ਮੇਰੇ ਸਦਾ ਰਹੋ ਹਰ ਨਾਲੇ ਸਚੇ ਸਾਹਿਬਾ ਕਿਆ ਨਾਹੀ ਕਰ ਤੇਰਾ ਕਰਤਾ ਤੇਰਾ ਸਭ ਕੁਛ ਹੈ ਜਿਸ ਤੇਰੇ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਕਨੇਰੇ ਕਾਹੈ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰ ਤੇਰਾ ਸਾਚਾ ਨਾਮ ਮੇਰਾ ਆਧਾਰੋ ਸਤ ਨਾਮ ਆਧਾਰ ਮੇਰਾ ਜਿਨ ਭੁਖਾ ਸਭ ਭਗਵਾਨਾ ਕਰ ਸ਼ਾਂਤ ਸਭ ਮਨ ਆਏ ਮਨ ਵਸਿਆ ਜਿਨ ਇੱਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਕੀਤਾ ਗੁਰ ਬਿਟਹੁ ਜਿਸ ਦੀਆਂ ਇਹ ਵਡਿਆਈਆਂ ਕਾਹੈ ਨਾਨਕ ਸੁਨਹੁ ਸੰਤਹੁ ਸਬਦ ਤਰਹੁ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਜ ਸ਼ਬਦ ਤਤ ਘਰ ਸੁਭਾਗਿਆ ਘਰ ਸੁਭਾਗੈ ਸਬਦ ਵਾਜੇ ਕਲਾ ਜਿਤ ਕਰ ਧਾਰਿਆ ਪੰਜ ਦੂਤ ਤੁਧ ਤੁਧ ਵਸ ਵਸ ਕੀਤੇ ਕਾਲ ਕੰਟਕ ਮਾਰਿਆ ਗੁਰ ਕਰਮ ਪਾਇਆ ਤੁਧ ਜਿਨ ਕਉ ਸੇ ਨਾਮ ਹਰ ਕੈ ਲਾਗੇ ਕਾਹੈ ਨਾਨਕ ਸਹਿ ਤਨ ਸੁਖ ਸੁਖ ਹੋਆ ਤਿਤ ਕਰ ਅਨਹਦ ਵਾਜੇ ਆਨੰਦ ਸੁਨਹਾ ਬੜ ਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਪਾਇਆ ਉਤਰੇ ਸਗਲ ਵਿਸੂਰੇ ਗੁਰੂ ਕਰੋੜ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭਏ ਸਭ ਸੇ ਪੂਰੇ ਗੁਰ ਤੇ ਜਾਣੀ ਸੁਨਤੇ ਪੁਨੀਤ ਕਹਿਤੇ ਪਵਿੱਤ ਸਤਿਗੁਰ ਰਹਿਆ ਭਰਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਪੂਰੇ ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਾਤ ਜਿਸ ਰੱਬ ਤੁਇ ਦਾਈ ਕਾਇਆ ਖੇਲੇ ਸਗਲ ਜਗਤ ਆਇਆ ਬਰਿਆਇਆ ਵਾਜੇ ਕਰਮ ਦੂਰ ਕਰਮੀ ਆਪੋ ਆਪਣੀ ਕੇ ਨੇੜੇ ਤੇ ਦੂਰ ਜਿਨੇ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਜਿਨੇ ਨਾਮ ਧਿਆਇਆ ਗਏ ਸਖਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।